सत श्री अकाल दोस्तों, मैं तुहाडा अपना दोस्त हनी वालिया शोज़ ਦੇ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ। ਜਿੱਦਾਂ ਤੁਹਾਨੂੰ ਪਤਾ ਹੈ ਕਿ ਦੂਰ ਦੁਰਾਡੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਬੈਠੇ, ਚਾਹੇ ਸਾਡੇ ਇੰਡੀਆ ਦੇ ਵਿੱਚ ਬੈਠੇ, ਚਾਹੇ ਸਾਡੇ ਕੈਨੇਡਾ ਦੇ ਵਿੱਚ ਬੈਠੇ ਸਾਡੇ ਵਿਊਅਰਸ ਨੇ, ਸਾਡੇ ਇਹਨਾਂ ਪ੍ਰੋਗਰਾਮਾਂ ਨੂੰ ਦੇਖਦੇ ਆ। ਅਸੀਂ ਸਪੈਸ਼ਲੀ ਸਾਡੇ ਦਰਸ਼ਕਾਂ ਦੇ ਲਈ ਇਹ ਪ੍ਰੋਗਰਾਮ ਅਸੀਂ ਬਣਾਉਂਦੇ ਆ ਤਾਂ ਕਿ ਦਰਸ਼ਕਾਂ ਨੂੰ ਕਿਸੇ ਵੀ ਤਰ੍ਹਾਂ ਦੀ ਇਨਫੋਰਮੇਸ਼ਨ ਦਿੱਤੀ ਜਾਵੇ, ਕਿਸੇ ਵੀ ਤਰ੍ਹਾਂ ਦੀ ਜਿਹੜੀ ਆਪਾਂ ਗੱਲ ਕਰਦੇ ਆ ਕਰੰਟ ਅਫੇਅਰਸ ਦੀ ਗੱਲ ਕਰਦੇ ਆ, ਜਿਵੇਂ ਕਰੰਟ ਨਿਊਜ਼ ਦੀ ਗੱਲ ਹੁੰਦੀ ਹੈ ਉਹ ਕੀਤੀਆਂ ਜਾਣ। ਅੱਜ ਦੀ ਗੱਲ ਆਪਾਂ ਕਰਦੇ ਆ ਕਿ ਅੱਜ बहुत ਵੱਡਾ ਇੱਕ ਮੁੱਦਾ ਹੈਗਾ ਜਿਹੜਾ ਕਿ ਭਖਿਆ ਹੋਇਆ ਹੈ, ਜਿਹੜਾ ਕਿ ਕਿਸਾਨੀ ਨੂੰ ਲੈ ਕੇ ਹੋਇਆ, ਵੀ ਜਿਹੜਾ ਖਾਸ ਕਰਕੇ ਇੰਡੀਆ ਦੇ ਵਿੱਚ ਆਪਣਾ ਇੱਕ ਬਿੱਲ ਪਾਸ ਹੋਇਆ, 3 ਬਿੱਲ ਪਾਸ ਹੋਏ ਨੇ, ਇੱਕ ਬਿੱਲ ਹੀ ਨਹੀਂ ਪਾਸ ਹੋਇਆ। ਮੈਂ ਜ਼ਿਆਦਾਤਰ ਦੇਖਦਾ ਜਾਂ ਸੋਸ਼ਲ ਮੀਡੀਆ ਦੀ ਗੱਲ ਕਰ ਲਈਏ ਜਾਂ ਕਿਸੇ ਇਧਰੋਂ ਉਧਰੋਂ ਕਿਤੇ ਨਾ ਕਿਤੇ ਅਸੀਂ ਦੇਖਦੇ ਹਾਂ ਲੋਕੀ ਉਹਨੂੰ ਬਹੁਤ ਸਪੋਰਟ ਕਰ ਰਹੇ ਨੇ। ਲਿਖਿਆ ਜਾਂਦਾ ਕਿਤੇ ਨਾ ਕਿਤੇ ਵੀ ਮੈਂ ਕਿਸਾਨ ਦਾ ਪੁੱਤ ਹਾਂ ਤੇ ਮੈਂ ਕਿਸਾਨੀ ਨੂੰ ਸਪੋਰਟ ਕਰਦਾ। ਦੋਸਤੋ, ਇਹਦੇ ਵਿੱਚ ਮੈਂ ਇੱਕ ਗੱਲ ਜ਼ਰੂਰ ਕਹਿਣਾ ਚਾਹੁੰਦਾ ਵੀ ਮੈਂ ਕਿਸਾਨ ਦਾ ਪੁੱਤ ਨਹੀਂ ਹੈਗਾ, ਨਾ ਮੇਰਾ ਕਿਸਾਨ ਦੇ ਨਾਲ, ਨਾ ਮੇਰੇ ਪੇਰੈਂਟਸ ਨੇ, ਹੈ ਨਾ ਮੈਂ ਕਿਸੇ ਢੰਗ ਦੇ ਨਾਲ ਜੁੜਿਆ ਹੋਇਆ, ਲੇਕਿਨ ਕਿਸਾਨੀ ਦੇ ਨਾਲ, ਕਿਸਾਨੀ ਤੋਂ ਬਿਨਾ ਮੇਰੀ ਇੱਕ ਮੈਨੂੰ ਲੱਗਦਾ ਹੋਂਦ ਨਹੀਂ ਹੈਗੀ ਜਾਂ ਫਿਰ ਮੇਰੀ ਕੋਈ ਅਹਿਮੀਅਤ ਨਹੀਂ ਹੈ, ਕਿਉਂਕਿ ਕਿਸਾਨੀ ਇੱਕ ਅਜਿਹਾ ਕੀਤਾ ਹੈ ਜਿਹੜੀ ਕਿ ਕਿਸੇ ਨਾ ਕਿਸੇ ਢੰਗ ਦੇ ਨਾਲ ਮੇਰੇ ਨਾਲ ਜੁੜੀ ਹੋਈ ਹੈ। ਮੈਂ ਚਾਹੇ ਉਹਦੇ ਨਾਲ ਖਾਣ ਪੀਣ ਤੋਂ ਲੈ ਕੇ ਗੱਲ ਕਰ ਲਾਂ, ਚਾਹੇ ਮੇਰੀ ਜ਼ਿੰਦਗੀ ਦੇ ਇੱਕ ਸਫ਼ਰ ਦੀ ਗੱਲ ਕਰ ਲਾਂ, ਚਾਹੇ ਜਦੋਂ ਅਸੀਂ ਇੱਥੇ ਦੂਰ ਦੁਰਾਡੇ ਬੈਠੇ ਹਾਂ ਅਸੀਂ ਸੋਚਦੇ ਹੁੰਦੇ ਆ ਖੂਬਸੂਰਤ ਖੇਤਾਂ ਦੀ ਗੱਲ ਕੀਤੀ ਜਾਂਦੀ ਹੈ, ਫਸਲਾਂ ਦੀ ਗੱਲ ਕੀਤੀ ਜਾਂਦੀ ਹੈ ਨਾ, ਵਧੀਆ ਫਸਲਾਂ ਦੀ, ਪਕਾਊ ਫਸਲਾਂ ਦੀ ਗੱਲ ਕੀਤੀ ਜਾਂਦੀ ਹੈ, ਸਬਜ਼ੀਆਂ ਦੀ ਗੱਲ ਕੀਤੀ ਜਾਂਦੀ ਹੈ, ਆਪਣੇ ਲਈ ਗੱਲ ਕੀਤੀ ਜਾਂਦੀ ਹੈ, ਤਾਂ ਉਦੋਂ ਇੱਕ ਕਿਸਾਨੀ ਇੱਕ ਮੁੱਦਾ ਬਹੁਤ ਵੱਡਾ ਜਿਹੜਾ ਹੈਗਾ, ਕਿਸਾਨਾਂ ਦਾ ਇੱਕ ਬਹੁਤ ਅਹਿਮ ਜਿਹੜਾ ਹੈਗਾ ਇੱਕ ਰੋਲ ਉਹਦੇ ਵਿੱਚ ਅਦਾ ਹੁੰਦਾ ਹੈ। ਤਾਂ ਅਸੀਂ ਕਿਸੇ ਨਾ ਕਿਸੇ ਢੰਗ ਦੇ ਨਾਲ ਕਿਸਾਨੀ ਦੇ ਨਾਲ ਹਰ ਇੱਕ ਬੰਦਾ ਜੁੜਿਆ ਹੁੰਦਾ ਹੈ। ਅੱਜ ਮੈਂ ਗੱਲ ਕਰਨ ਲੱਗਿਆ ਜਿਹੜਾ ਕਿ ਕਿਸਾਨੀ ਨੂੰ ਲੈ ਕੇ ਬਹੁਤ ਵੱਡਾ ਮੁੱਦਾ ਜਿਹੜਾ ਹੈਗਾ ਇੰਡੀਆ ਦੇ ਵਿੱਚ ਰੋਸ ਪ੍ਰਦਰਸ਼ਨ ਕੀਤੇ ਜਾ ਰਹੇ ਨੇ, ਧਰਨੇ ਦਿੱਤੇ ਜਾ ਰਹੇ ਨੇ, ਉਹਨਾਂ ਦੇ ਲਈ ਅਸੀਂ ਇੱਕ ਬੜੇ ਹੀ ਸੁਲਝੇ ਹੋਏ ਸਾਡੇ ਇੱਕ ਗੈਸਟ ਨੇ, ਮੇਰੇ ਇੱਕ ਵੱਡੇ ਭਰਾ ਵੀ ਨੇ, ਉਹਨਾਂ ਨੂੰ ਮੈਂ ਇਨਵਾਈਟ ਕਰਨਾ ਚਾਹੁੰਦਾ ਸਾਡੇ ਸਟੂਡੀਓ ਦੇ ਵਿੱਚ, ਸਾਡੇ ਇੰਡੀਆ ਸਟੂਡੀਓ ਦੇ ਵਿੱਚ ਬੈਠੇ ਨੇ। ਤਾਂ ਉਹਨਾਂ ਦਾ ਨਾਮ ਹੈਗਾ ਐਡਵੋਕੇਟ ਦੀਦਾਰ ਸੰਧੂ ਜੀ, ਜਿਹੜੇ ਇੱਕ ਕਿਸਾਨ ਤੇ ਇੱਕ ਵਕੀਲ ਨੇ। ਤਾਂ ਦੀਦਾਰ ਭਾਜੀ, ਬਹੁਤ ਬਹੁਤ ਸਵਾਗਤ ਹੈ ਤੁਹਾਡਾ ਜੀ। ਸਤਿ ਸ਼੍ਰੀ ਅਕਾਲ ਜੀ। ਹਨੀ ਭਾਜੀ, ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡੇ ਸਮੂਹ ਦਰਸ਼ਕਾਂ ਨੂੰ ਫਤਿਹ ਬੁਲਾਉਂਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਜੀ, ਜਿੱਦਾਂ ਤੁਸੀਂ ਕਿਹਾ, ਵਾਕਿਆ ਹੀ ਇਹ ਬਹੁਤ ਸੰਗੀਨ ਮੁੱਦਾ ਹੈਗਾ ਜਿਹੜੇ 3 ਬਿੱਲ ਪਾਸ ਹੋਏ ਆ, ਪਰ ਇਹ ਗੱਲਾਂ ਜਿਹੜੀਆਂ ਆਮ ਪਬਲਿਕ ਨੂੰ ਤੇ ਤੁਹਾਡੇ ਵਰਗੇ ਸੂਝਵਾਨ ਲੋਕਾਂ ਨੂੰ ਸਮਝ ਆ ਰਹੀਆਂ ਨੇ, ਇਹ ਸ਼ਾਇਦ ਸਾਡੇ ਮੁਲਕ ਦੇ ਹਾਕਮਾਂ ਨੂੰ ਸਮਝ ਨਹੀਂ ਆ ਰਹੀਆਂ ਜੀ। ਇਹ ਹੈ ਕਿ ਦੀਦਾਰ ਭਾਜੀ, ਸਭ ਤੋਂ ਪਹਿਲਾਂ ਤਾਂ ਕਿਉਂਕਿ ਕਾਫੀ ਇੱਥੇ ਬੈਠੇ ਨੇ ਸਾਡੇ ਦੂਰ ਦੁਰਾਡੇ ਸਾਡੇ ਵੀਰ ਭੈਣ ਭਰਾ ਸਾਡੇ ਕੋਈ ਨਾ ਕੋਈ ਬੈਠੇ ਨੇ, ਕਈਆਂ ਨੂੰ ਐਗਜ਼ੈਕਟਲੀ ਪਤਾ ਹੀ ਨਹੀਂ ਹੈ ਵੀ ਇਹ ਮੁੱਦਾ ਹੈ ਕੀ ਹੈ। ਜਿਹੜੇ ਬਿੱਲ ਪਾਸ ਹੋਏ ਨੇ ਇਹਨਾਂ ਦੇ ਉੱਤੇ ਥੋੜੇ ਜਿਹੇ 1-2 ਮਿੰਟ 'ਚ ਦੱਸੋਗੇ ਵੀ ਇਹ ਕੀ ਬਿੱਲ ਪਾਸ ਹੋਏ ਨੇ, ਇਹਨਾਂ ਦਾ ਹੈ ਕੀ? ਹਨੀ ਭਾਜੀ, ਪਹਿਲਾਂ ਤਾਂ ਤੁਸੀਂ ਇੰਨਾ ਮਾਣ ਸਨਮਾਨ ਬਖਸ਼ਿਆ, ਮੈਂ ਤਹਿ ਦਿਲ ਦੀਆਂ ਗਹਿਰਾਈਆਂ ਤੋਂ ਤੁਹਾਡਾ ਧੰਨਵਾਦ ਕਰਦਾ। ਇਹ 3 ਬਿੱਲ ਹੈਗੇ ਆ ਜੀ, ਇਹ ਕੋਈ ਸਾਰੇ ਦਾ ਸਾਰਾ ਜਿਹੜਾ ਮੁੱਦਾ ਹੈਗਾ, ਇਹ ਜਿਹੜੇ ਸਾਰੇ ਦੇ ਸਾਰੇ ਬਿੱਲ ਹੈਗੇ ਆ ਇਹ ਨਵੇਂ ਨਹੀਂ ਹੈਗੇ, ਕੁਝ ਪੁਰਾਣੇ ਬਿੱਲਾਂ ਦੇ ਵਿੱਚ ਸੋਧ ਕੀਤੀ ਗਈ ਆ, ਔਰ ਇੱਕ ਬਿੱਲ ਜਿਹੜਾ ਹੈਗਾ ਉਹ ਪ੍ਰੋਪਰ ਤੌਰ ਤੇ ਬਿਲਕੁਲ ਨਵਾਂ ਹੈਗਾ। ਇਹ 3 ਬਿੱਲ ਹੈਗੇ ਜੀ। ਪਹਿਲਾ ਤਾਂ ਹੈਗਾ ਕਿਸਾਨ ਉਪਜ ਅਤੇ ਵਣਜ ਵਪਾਰ ਬਿੱਲ 2020 ਜੋ ਕਿ ਪਹਿਲਾਂ ਸਾਡੇ ਇੱਕ ਬਿੱਲ ਹੈਗਾ ਸੀ ਐਗਰੀਕਲਚਰ ਪ੍ਰੋਡਿਊਸ ਮਾਰਕੀਟ ਕਮੇਟੀ 1961 ਬਿੱਲ, ਉਹਦੇ ਵਿੱਚ ਕਾਫੀ ਜ਼ਿਆਦਾ ਇਹਨਾਂ ਨੇ ਬਦਲਾਅ ਕਰਕੇ ਉਹ ਬਿੱਲ ਨੂੰ ਚੇਂਜ ਕਰਕੇ ਉਹਨੂੰ ਨਵਾਂ ਨਾਮ ਦਿੱਤਾ। ਦੂਸਰਾ ਬਿੱਲ ਜਿਹੜਾ ਹੈਗਾ ਜੀ ਉਹ ਇੱਕ ਐਕਟ ਸੀਗਾ ਐਸੈਂਸ਼ੀਅਲ ਕਮੋਡਿਟੀ ਐਕਟ 1955, ਜਿਸ ਦੇ ਤਹਿਤ ਤੁਸੀਂ ਜਿਹੜੇ ਜ਼ਰੂਰੀ ਪਦਾਰਥ ਹੈਗੇ ਆ ਉਹਨਾਂ ਨੂੰ ਸਟੋਰ ਨਹੀਂ ਸੀ ਕਰ ਸਕਦੇ, ਇੱਕ ਲਿਮਟ ਤੱਕ ਤੁਸੀਂ ਰੱਖ ਸਕਦੇ ਸੀਗੇ, ਉਹਨਾਂ ਦੇ ਉੱਪਰ ਸਰਕਾਰੀ ਚੈੱਕ ਰਹਿੰਦਾ ਸੀ ਤਾਂ ਜੋ ਜਿਹੜੀਆਂ ਕੁਦਰਤੀ ਵਸਤਾਂ ਹੈਗੀਆਂ, ਜਿਹੜੀਆਂ ਜ਼ਰੂਰੀ ਵਸਤਾਂ ਹੈਗੀਆਂ ਤੁਹਾਡੀ ਨਿੱਜੀ ਜ਼ਿੰਦਗੀ ਦੀਆਂ, ਉਹਨਾਂ ਨੂੰ ਸਟੋਰ ਨਾ ਕੀਤਾ ਜਾਵੇ ਸਰਮਾਏਦਾਰ ਘਰਾਣਿਆਂ ਵੱਲੋਂ ਤੇ ਆਮ ਬੰਦੇ ਦੀ ਉਹ ਪਹੁੰਚ ਦੇ ਵਿੱਚ ਰਹਿਣ। ਉਹਨੂੰ ਚੇਂਜ ਕਰਕੇ ਇਹਨਾਂ ਨੇ ਜ਼ਰੂਰੀ ਵਸਤਾਂ ਸੋਧ ਬਿੱਲ 2020 ਜਿਹੜਾ ਨਵਾਂ ਬਿੱਲ ਦਾ ਨਾਮ ਦਿੱਤਾ ਉਹ ਆ। ਇਸ ਬਿੱਲ ਦੇ ਤਹਿਤ ਪ੍ਰਾਈਵੇਟ ਘਰਾਣੇ ਜਿਹੜੇ ਹੈਗੇ ਆ, ਅੰਦਾਨੀ ਅੰਬਾਨੀ ਹੈਗੇ ਆ, ਉਹਨਾਂ ਨੂੰ ਕਾਫੀ ਵੱਡੀ ਪਾਵਰ ਦੇ ਦਿੱਤੀ ਹੈ ਇਹਨਾਂ ਨੇ ਕਿ ਉਹ ਜਿਹੜੇ ਆਪਣੇ ਜ਼ਰੂਰੀ ਵਸਤਾਂ ਹੈਗੀਆਂ ਤੁਹਾਡੀਆਂ ਡੇਲੀ ਜ਼ਿੰਦਗੀ ਦੇ ਵਿੱਚ ਇਸਤੇਮਾਲ ਹੋਣ ਵਾਲੀਆਂ, ਉਹਨਾਂ ਨੂੰ ਭੰਡਾਰ ਕਰ ਸਕਦੇ ਆ। ਔਰ ਤੀਸਰਾ ਬਿੱਲ ਜਿਹੜਾ ਹੈਗਾ ਇਹਨਾਂ ਬਿੱਲਾਂ ਦੋਨਾਂ ਦੇ ਨਾਲ ਮਿਲਿਆ ਜੁਲਿਆ ਹੈਗਾ, ਜਿਹੜਾ ਉਹ ਹੈਗਾ ਕੀਮਤ ਗਰੰਟੀ ਅਤੇ ਖੇਤੀ ਸੁਧਾਰ ਬਿੱਲ 2020। ਇਹ ਤਿੰਨੇ ਹੀ ਬਿੱਲ ਇੱਕ ਦੂਜੇ ਤੋਂ ਬਿਨਾਂ ਅਧੂਰੇ ਹਨ ਅਤੇ ਤਿੰਨੇ ਇੱਕ ਦੂਜੇ ਦੇ ਨਾਲ ਬਹੁਤ ਜ਼ਿਆਦਾ ਮੇਲ ਖਾਂਦੇ ਆ, ਤਾਂ ਕਰਕੇ ਜਿਹੜਾ ਇਹਨਾਂ ਤਿੰਨਾਂ ਨੂੰ ਇਕੱਠਿਆਂ ਹੀ ਆਰਡੀਨੈਂਸ ਦੇ ਰੂਪ ਦੇ ਵਿੱਚ ਪੇਸ਼ ਕੀਤਾ ਗਿਆ, ਆਰਡੀਨੈਂਸ ਦੇ ਰੂਪ ਦੇ ਵਿੱਚ ਲਿਆਂਦਾ ਗਿਆ। ਹਨੀ ਬਾਜੀ, ਇੱਥੇ ਮੈਂ ਇੱਕ ਗੱਲ ਹੋਰ ਐਡ ਕਰਨੀ ਚਾਹਣਾ
ਆਰਡੀਨੈਂਸ ਕੀ ਆ? ਬਹੁਤੇ ਲੋਕਾਂ ਨੂੰ ਸ਼ਾਇਦ ਜਿਨ੍ਹਾਂ ਦਾ ਕਾਨੂੰਨ ਦੇ ਨਾਲ ਰਾਬਤਾ ਨਹੀਂ ਹੈਗਾ, ਕਾਨੂੰਨ ਤੋਂ ਪਾਸੇ ਜਿਹੜੇ ਸਾਡੇ ਆਮ ਭੋਲੇ ਭਾਲੇ ਕਿਸਾਨ ਹਨ, ਉਹਨਾਂ ਨੂੰ ਇਹ ਨਹੀਂ ਪਤਾ ਕਿ ਜਿਹੜਾ ਆਰਡੀਨੈਂਸ ਆ ਉਹ ਕੈਬਨਿਟ ਦੀ ਸਿਫਾਰਿਸ਼ ਤੇ ਐਮਰਜੈਂਸੀ ਸਥਿਤੀ ਦੇ ਵਿੱਚ ਲਿਆਂਦਾ ਜਾਂਦਾ, ਜਦੋਂ ਜਿਹੜੀ ਸਾਡੀ ਪਾਰਲੀਮੈਂਟ ਆ ਉਹ ਪ੍ਰੋਪਰ ਵਰਕਿੰਗ ਦੇ ਵਿੱਚ ਨਹੀਂ ਹੁੰਦੀ, ਐਮਰਜੈਂਸੀ ਹਾਲਾਤ ਹੁੰਦੇ ਆ, ਤਾਂ ਇਮੀਡੀਏਟਲੀ ਕੋਈ ਕਾਨੂੰਨ ਦੀ ਹੋਂਦ ਲੱਗਦੀ ਆ ਵੀ ਇਹਦੀ ਬਹੁਤ ਜ਼ਿਆਦਾ ਜ਼ਰੂਰਤ ਆ, ਤਾਂ ਉਦੋਂ ਆਰਡੀਨੈਂਸ ਪਾਸ ਕੀਤੇ ਜਾਂਦੇ ਆ। ਇਸ ਸਮੇਂ ਜਦੋਂ ਪੂਰੇ ਦਾ ਪੂਰਾ ਮੁਲਕ ਜਿਹੜਾ ਹੈਗਾ ਕਰੋਨਾ ਨਾਮ ਦੀ ਭਿਆਨਕ ਮਹਾਮਾਰੀ ਦੇ ਨਾਲ ਝੂੰਝ ਰਿਹਾ ਸੀ ਔਰ ਲੋਕ ਥਾਲੀਆਂ ਖੜਕਾ ਰਹੇ ਸੀ, ਤਾਂ ਮੈਨੂੰ ਨਹੀਂ ਲੱਗਦਾ ਵੀ ਐਸੇ ਸਮੇਂ ਕੋਈ ਖੇਤੀਬਾੜੀ ਸੰਬੰਧਿਤ ਆਰਡੀਨੈਂਸ ਲੈ ਕੇ ਆਉਣ ਦੀ ਜ਼ਰੂਰਤ ਸੀ। ਇਹਨਾਂ ਨੇ ਜਿਹੜੇ ਸਰਮਾਏਦਾਰ ਘਰਾਣੇ ਹੈਗੇ ਆ, ਉਹਨਾਂ ਨੇ ਦੇਖਿਆ ਵੀ ਇਹ ਪੂਰੇ ਦੇ ਪੂਰੀ ਜਿਹੜੀ ਮਹਾਮਾਰੀ ਦੇ ਦੌਰਾਨ ਕਿਸਾਨ ਵਰਗ ਹੈਗਾ ਉਹ ਆਪਣੇ ਘਰਾਂ ਦੇ ਵਿੱਚ ਸ਼ਾਂਤ ਬੈਠਾ, ਉਹਦੇ ਕਾਰੋਬਾਰ ਤੇ ਜਾਂ ਉਹਦੇ ਨਿੱਜੀ ਜਿਹੜਾ ਜੀਵਨ ਜਾਂਚ ਹੈਗੀ ਆ ਉਹਦੇ ਤੇ ਕੋਈ ਇੰਪੈਕਟ ਨਹੀਂ ਪਿਆ, ਤਾਂ ਇਹਨਾਂ ਨੂੰ ਲੱਗਾ ਕਿ ਇਹ ਪੇਸ਼ਾ ਜਿਹੜਾ ਹੈਗਾ ਇਹ ਬਿਲਕੁਲ ਆਤਮ ਨਿਰਭਰ ਹੈ, ਕਿਉਂ ਨਾ ਇਹਨੂੰ ਵੀ ਦਬੋਚ ਲਿਆ ਜਾਵੇ, ਇਹਨੂੰ ਵੀ ਆਪਣੀ ਪਕੜ ਦੇ ਵਿੱਚ ਲਿਆ ਜਾਵੇ। ਔਰ ਇਹ ਕਾਫੀ ਲੰਮੇ ਸਮੇਂ ਤੋਂ ਇਹਨਾਂ ਬਿੱਲਾਂ ਦੇ ਉੱਪਰ ਕੰਮ ਕਰ ਰਹੇ ਸੀ। ਇਹਨਾਂ ਨੇ ਇਸ ਸਮੇਂ ਦਾ ਸਹੀ ਫਾਇਦਾ ਉਠਾ ਕੇ ਇਹ ਜਿਹੜੇ ਤਿੰਨੇ ਬਿੱਲ ਆ ਉਹਨਾਂ ਨੂੰ ਹੋਂਦ ਦੇ ਵਿੱਚ ਲੈ ਕੇ ਆਂਦਾ। ਜੀ ਅੱਛਾ ਦੀਦਾਰ ਭਾਜੀ, ਇਹਦੇ ਵਿੱਚ ਮੈਂ ਹੋਰ ਕਹਿਣਾ ਚਾਹਨਾ ਵੀ ਅਸੀਂ ਜਦੋਂ ਦੇਖਦੇ ਆ ਜਾਂ ਓਪੋਜੀਸ਼ਨ ਦੀ ਗੱਲ ਕਰ ਲਈਏ, ਕਿਤੇ ਨਾ ਕਿਤੇ ਇਸ ਬਿੱਲ ਨੂੰ ਜਿਹੜੇ ਹੈਗੇ ਨੇ ਕਾਫੀ ਲੋਕੀ ਜਿਹੜੇ ਹੈਗੇ ਨੇ, ਜਾਂ ਗੱਲ ਕਰੀਏ ਜਿਹੜੇ ਕੁਝ % ਲੋਕ ਨੇ, ਕੁਝ ਜਾਂ ਮੰਤਰੀਆਂ ਦਾ ਮੈਂ ਨਾਮ ਨਹੀਂ ਲੈਣਾ ਚਾਹਨਾ, ਕਿ ਉਹ ਇਹਦੀ ਸਪੋਰਟ ਵਿੱਚ ਖੜੇ ਨੇ। ਉਹ ਕਹਿੰਦੇ ਨੇ ਕਿਤੇ ਨਾ ਕਿਤੇ ਕਿਸਾਨੀ ਵਰਗ ਦੇ ਫਾਇਦੇ ਦੇ ਲਈ ਹੈਗਾ, ਇਹ ਕਿਤੇ ਨਾ ਕਿਤੇ ਤੁਹਾਨੂੰ ਫਾਇਦਾ ਦੇਗਾ। ਇਹਦੇ ਬਾਰੇ ਤੁਹਾਡਾ ਕੀ ਕਹਿਣਾ ਹੈ ਵੀ ਕੀ ਇਹ ਫਾਇਦੇ ਲਈ ਹੋਏਗਾ ਜਾਂ ਲੌਂਗ ਟਰਮ ਨੁਕਸਾਨ? ਕਿਉਂਕਿ ਤੁਸੀਂ ਦੇਖੋ ਇੱਕ ਇਹੋ ਜਿਹੀ ਸੁਸਾਇਟੀ ਦੇ ਵਿੱਚ ਰਹੇ ਹੋ, ਤੁਸੀਂ ਇੱਕ ਐਡਵੋਕੇਟ ਵੀ ਹੋ, ਹਨਾ, ਉਹਦੇ ਨਾਲ ਹੀ ਤੁਸੀਂ ਕਿਸਾਨੀ ਖੇਤੀ ਦੇ ਨਾਲ ਜਿਹੜੇ ਹੈਗੇ ਕਿਸਾਨੀ ਵਰਗ ਦੇ ਨਾਲ ਵੀ ਜੁੜੇ ਹੋਏ ਹੋ, ਤੁਹਾਡੀਆਂ ਜੜ੍ਹਾਂ ਵੀ ਉੱਥੇ ਨੇ। ਤੁਹਾਨੂੰ ਕੀ ਲੱਗਦਾ ਹੈ ਵੀ ਇਹਦੇ ਨਾਲ ਕੀ ਉਹਨਾਂ ਨੂੰ ਫਰਕ ਪੈ ਸਕਦਾ ਹੈ? ਕਈ ਦਫਾ ਕੀ ਹੁੰਦਾ ਵੀ ਕੋਈ ਗਲਤ ਫਹਿਮੀਆਂ ਹੁੰਦੀਆਂ ਨੇ, ਤੁਹਾਨੂੰ ਕੀ ਲੱਗਦਾ ਵੀ ਉਹ ਜਿਹੜਾ ਸਪੋਰਟ ਕਰ ਰਹੇ ਨੇ ਇਸ ਬਿੱਲ ਨੂੰ ਕਿੰਨੇ ਕੁ ਸਹੀ ਨੇ? ਉਹ ਹਨੀ ਵਾਲੀਆ ਜੀ ਸੋ ਕਾਲਡ ਜਿਹੜੇ ਆਪਣੇ ਆਪ ਨੂੰ ਮੌਜੂਦਾ ਹਾਕਮ ਪਾਰਟੀ ਦੇ ਸਿਪਾਹੀ ਦੱਸਦੇ ਨੇ, ਉਹ ਇਸ ਬਿੱਲ ਦੀ ਕਾਫੀ ਤਰਜਮਾਨੀ ਕਰ ਰਹੇ ਨੇ, ਕਾਫੀ ਸਪੋਰਟ ਕਰ ਰਹੇ ਨੇ। ਅਸੀਂ ਸੋਸ਼ਲ ਮੀਡੀਆ ਤੇ ਜਾਂ ਹੋਰ ਪਬਲਿਕ ਪਲੇਟਫਾਰਮਾਂ ਤੇ ਜਦੋਂ ਇਸ ਬਿੱਲ ਦਾ ਵਿਰੋਧ ਕਰਦੇ ਆ ਤਾਂ ਸਾਨੂੰ ਵੀ ਕਈ ਤਰ੍ਹਾਂ ਦੀਆਂ ਗੱਲਾਂ ਸੁਣਨ ਨੂੰ ਮਿਲਦੀਆਂ ਨੇ ਕਿ ਇਹ ਬਿੱਲ ਕਿਸਾਨ ਹਿਤੈਸ਼ੀ ਹੈ। ਮੈਂ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ਦੇ ਜ਼ਰੀਏ ਅਤੇ ਹੋਰ ਵੀ ਜਿੰਨੇ ਕਾਮਨ ਪਲੇਟਫਾਰਮ ਹੈਗੇ ਆ ਉਹਨਾਂ ਦੇ ਜ਼ਰੀਏ ਬਹੁਤ ਵਾਰ ਬੇਨਤੀ ਕੀਤੀ ਆ ਇਹਨਾਂ ਸੋ ਕਾਲਡ ਸਿਪਾਹੀਆਂ ਨੂੰ ਕਿ ਤੁਸੀਂ ਕੋਈ ਵੀ ਕਿਸੇ ਵੀ ਪਾਰਟੀ ਨਾਲ ਸੰਬੰਧਿਤ ਬੰਦਾ ਜਿਹੜਾ ਕਹਿ ਰਿਹਾ ਕਿ ਇਹ ਬਿੱਲ ਵਾਕਈ ਕਿਸਾਨ ਹਿਤੈਸ਼ੀ ਆ, ਕਿਸੇ ਵੀ ਓਪਨ ਪਲੇਟਫਾਰਮ ਤੇ ਆਪਣੇ ਬੁੱਧੀਜੀਵੀਆਂ ਨੂੰ ਬੁਲਾ ਕੇ ਸਾਡੇ ਨਾਲ ਡਿਬੇਟ ਕਰ ਸਕਦਾ, ਸਾਨੂੰ ਸਮਝਾ ਸਕਦਾ। ਹੋ ਸਕਦਾ ਸਾਡੀ ਸਮਝ 'ਚ ਨਾ ਪੈ ਰਿਹਾ ਹੋਵੇ, ਅਸੀਂ ਅੱਜ ਇਸ ਬਿੱਲ ਨੂੰ ਕਿਸਾਨ ਮਾਰੂ ਬਿੱਲ ਸਮਝ ਕੇ ਧਰਨੇ ਦੇ ਰਹੇ ਹਾਂ। ਸਾਡੇ ਮਾਂ-ਬਾਪ, ਸਾਡੇ ਬਜ਼ੁਰਗ, ਸਾਡੇ ਚਾਚੇ ਤਾਏ ਇਹ ਤੱਤੀਆਂ ਸੜਕਾਂ ਦੇ ਉੱਪਰ ਬੈਠੇ ਹੋਏ ਨੇ। ਸ਼ਾਇਦ ਜੇ ਇਹਨਾਂ ਨੂੰ ਇੰਨਾ ਹੀ ਇਹ ਬਿੱਲ ਕਿਸਾਨ ਹਿਤੈਸ਼ੀ ਲੱਗਦਾ ਤਾਂ ਸਾਨੂੰ ਆ ਕੇ ਦੱਸਣ, ਸਾਡੇ ਨਾਲ ਓਪਨ ਕਿਸੇ ਵੀ ਪਬਲਿਕ ਪਲੇਟਫਾਰਮ ਤੇ ਡਿਬੇਟ ਕਰਨ, ਇਸ ਬਿੱਲ ਦੀਆਂ ਲੌਜੀਕਲ ਸਾਨੂੰ ਗੱਲਾਂ ਦੱਸ ਕੇ ਸਾਡੇ ਪੱਲੇ ਪਾਉਣ, ਤਾਂ ਅਸੀਂ ਇਹਨਾਂ ਨੂੰ ਮੰਨ ਲਵਾਂਗੇ। ਪਰ ਅਜਿਹਾ ਬਿਲਕੁਲ ਨਹੀਂ ਆ, ਕਿਉਂਕਿ ਹਰ ਸਿਸਟਮ ਨੂੰ ਚਲਾਉਣ ਦੇ ਲਈ, ਮੈਨੇਜ ਕਰਨ ਦੇ ਲਈ ਸਰਕਾਰ ਨਾਮ ਦੀ ਜਿਹੜੀ ਚੀਜ਼ ਆ ਉਹ ਹੋਂਦ ਦੇ ਵਿੱਚ ਆਉਂਦੀ ਆ। ਪਰ ਸਾਡੇ ਮੁਲਕ ਦੀ ਬਦਕਿਸਮਤੀ ਇਹ ਆ ਕਿ ਸਾਡੇ ਮੁਲਕ ਦੀ ਸਰਕਾਰ ਨੂੰ ਸਰਮਾਏਦਾਰ ਘਰਾਣਿਆਂ ਦੁਆਰਾ ਚਲਾਇਆ ਜਾ ਰਿਹਾ ਹੈ। ਜੇ ਇਹ ਸਾਰੀ ਦੀ ਸਾਰੀ ਵਾਗਡੋਰ ਇਹਨਾਂ ਨੇ ਪ੍ਰਾਈਵੇਟ ਘਰਾਣਿਆਂ ਨੂੰ ਹੀ ਦੇਣੀ ਸੀ ਤਾਂ 1857 ਦੇ ਵਿੱਚ ਮੇਰੇ ਮੁਲਕ ਤੇ ਰਾਜ ਕਰਨ ਦੇ ਲਈ ਇੱਕ ਈਸਟ ਇੰਡੀਆ ਨਾਂ ਦੀ ਕੰਪਨੀ ਆਈ ਸੀ, ਜਿਸ ਤੋਂ ਆਜ਼ਾਦੀ ਲੈਣ ਲਈ ਸਾਨੂੰ ਲੰਮਾ ਸੰਘਰਸ਼ ਕਰਨਾ ਪਿਆ ਤੇ ਲੱਖਾਂ ਜਾਨਾਂ ਕੁਰਬਾਨ ਕਰਨੀਆਂ ਪਈਆਂ ਤਾਂ ਜੋ ਸਾਡੀ ਆਪਣੀ ਸਰਕਾਰ ਹੋਵੇ, ਆਪਣਾ ਰਾਜ ਹੋਵੇ ਤੇ ਆਪਣੀ ਸੋਚ ਹੋਵੇ। ਅਗਰ ਅਸੀਂ ਦੁਬਾਰਾ ਫਿਰ ਮੁੜ ਕੇ ਉਸੇ ਜਗ੍ਹਾ ਤੇ ਹੀ ਜਾਣਾ ਤਾਂ ਸਾਨੂੰ ਇੰਨੀਆਂ ਜਾਨਾਂ ਗਵਾਉਣ ਦੀ ਕੀ ਲੋੜ ਸੀ? ਅਗਰ ਅਸੀਂ ਮੁੜ ਤੋਂ ਪ੍ਰਾਈਵੇਟ ਘਰਾਣਿਆਂ ਦੇ ਤਲਵੇ ਚੱਟਣੇ ਆ, ਅਸੀਂ ਸਰਮਾਏਦਾਰ ਲੋਕਾਂ ਦੇ ਥੱਲੇ ਲੱਗਣਾ, ਤਾਂ ਫਿਰ ਸਾਨੂੰ ਆਪਣੀ ਸਰਕਾਰ, ਆਪਣਾ ਮੁਲਕ, ਆਪਣੀ ਸੋਚ ਜਿਹੜੀ ਆ ਉਹ ਮੁੜ ਤੋਂ ਮੈਨੂੰ ਲੱਗਦਾ ਵਾਪਸ ਉਹ ਈਸਟ ਇੰਡੀਆ ਕੰਪਨੀ ਵਾਲੇ ਟਾਈਮ ਤੇ ਹੀ ਅਸੀਂ ਚਲੇ ਜਾਵਾਂਗੇ। ਸੋ ਮੈਨੂੰ ਨਹੀਂ ਲੱਗਦਾ ਵੀ ਇਹ ਬਿੱਲ ਜਿਹੜਾ ਹੈਗਾ ਇਹ ਕਿਸਾਨ ਹਿਤੈਸ਼ੀ ਹੈਗਾ। ਕਿਤੇ ਨਾ ਕਿਤੇ ਆਪਣੀ ਈਗੋ ਨੂੰ ਸੈਟੀਸਫਾਈਡ ਕਰ ਰਹੇ ਆ ਉਹ ਲੋਕ ਇਹ ਗੱਲਾਂ ਦੱਸ ਕੇ। ਅੱਛਾ, ਇਹਦੇ ਵਿੱਚ ਮੈਂ ਇੱਕ ਹੋਰ ਕਹਿਣਾ ਚਾਹਨਾ ਸਰ, ਜਿੱਦਾਂ ਇਹਦੇ ਵਿੱਚ ਪੰਜਾਬ ਸਰਕਾਰ ਦੀ ਅਗਰ ਗੱਲ ਕੀਤੀ ਜਾਵੇ,
ਇਹਦੇ ਵਿੱਚ ਸਰਕਾਰ ਜਿਹੜੀ ਆਪਣੀ ਸਰਕਾਰ ਹੈਗੀ ਹੈ, ਪੰਜਾਬ ਦੀ ਸਰਕਾਰ ਹੈ, ਉਹਦੇ ਵੱਲੋਂ ਕੁਝ ਐਫਰਟਸ ਕੀਤੀਆਂ ਜਾ ਰਹੀਆਂ ਨਹੀਂ ਆ? ਆਪਾਂ ਗੱਲ ਕਰੀਏ, ਚਾਹੇ ਕਾਂਗਰਸ ਦੀ ਗੱਲ ਕਰ ਲਈਏ, ਚਾਹੇ ਅਕਾਲੀਆਂ ਦੀ ਗੱਲ ਕਰ ਲਈਏ, ਜਾਂ ਕਿਸੇ ਦੀ ਵੀ ਗੱਲ ਕਰ ਲਈਏ, ਆਮ ਆਦਮੀ ਪਾਰਟੀ ਦੀ ਗੱਲ ਕਰ ਲਈਏ, ਕਿ ਉਹ ਕਿਸਾਨ ਤਾਂ ਦੇਖੇ ਨੇ ਵੀ ਕਿਸਾਨ ਲਾਠੀਆਂ ਖਾ ਰਹੇ ਨੇ ਜਾਂ ਕਿਤੇ ਨਾ ਕਿਤੇ ਧਰਨਿਆਂ ਤੇ ਬੈਠੇ ਨੇ, ਕਿ ਸਾਡੀ ਜਿਹੜੀ ਪੰਜਾਬ ਦੀ ਸਾਡੀ ਸਰਕਾਰ ਹੈਗੀ ਹੈ, ਸਾਡੀ ਸੂਬੇ ਦੀ ਸਰਕਾਰ ਹੈ, ਉਹ ਇਹਦੇ ਬਾਰੇ ਕੁਝ ਐਫਰਟ ਕਰ ਰਹੀ ਹੈ ਵੀ ਹਾਂ ਇਹ ਚੀਜ਼ ਨਹੀਂ ਹੋਣੀ ਚਾਹੀਦੀ, ਇਹਦਾ ਕਿਸਾਨਾਂ ਦੇ ਉੱਤੇ ਸਿੱਧੇ ਤੌਰ ਤੇ ਫਰਕ ਪਏਗਾ? ਹਨੀ ਵਾਲੀਆ ਜੀ, ਤੁਹਾਡਾ ਸਵਾਲ ਬਹੁਤ ਵਧੀਆ। ਮੈਂ ਪਹਿਲਾਂ ਤਾਂ ਇਹ ਦੱਸ ਦਿਆਂ ਵੀ ਜਦੋਂ ਅਸੀਂ ਕਦੇ ਵੀ ਕਿਸੇ ਬਿੱਲ ਦਾ ਜਾਂ ਸਰਕਾਰੀ ਗਤੀਵਿਧੀ ਦਾ ਵਿਰੋਧ ਕਰਦੇ ਹਾਂ ਤਾਂ ਸਾਡੇ ਸ਼ਬਦ ਜਿਹੜੇ ਹਾਕਮਾਂ ਨੂੰ ਚੁਭਦੇ ਆ ਉਹ ਸਾਨੂੰ ਦੂਜੀਆਂ ਪਾਰਟੀਆਂ ਦੇ ਏਜੰਟ ਦੱਸਦੇ ਆ ਜਾਂ ਸਾਡਾ ਸਬੰਧ ਦੂਜੀਆਂ ਪਾਰਟੀਆਂ ਨਾਲ ਸਥਾਪਿਤ ਕਰਨ ਦੀ ਕੋਸ਼ਿਸ਼ ਕਰਦੇ ਆ। ਇੱਥੇ ਮੈਂ ਇੱਕ ਗੱਲ ਬੜੀ ਕਲੀਅਰ ਕਰ ਦੇਣੀ ਚਾਹੁੰਦਾ, ਮੇਰਾ ਕਿਸੇ ਵੀ ਰਾਜਨੀਤਿਕ ਪਾਰਟੀ ਨਾਲ ਕੋਈ ਸਬੰਧ ਨਹੀਂ ਔਰ ਕਿਸੇ ਵੀ ਰਾਜਨੀਤਿਕ ਪਾਰਟੀ ਨੂੰ ਦੁੱਖ ਦੇਣਾ ਜਾਂ ਕਿਸੇ ਵੀ ਰਾਜਨੀਤਿਕ ਪਾਰਟੀ ਦੀ ਸਿੱਧੇ ਤੌਰ ਤੇ ਨਿੰਦਿਆ ਕਰਨਾ ਮੇਰਾ ਪਰਪਸ ਨਹੀਂ ਹੈਗਾ। ਮੈਂ ਇੱਕ ਕਿਸਾਨ ਦਾ ਪੁੱਤ ਹਾਂ ਔਰ ਮੈਂ ਕਿਸਾਨ ਦੇ ਹੱਕਾਂ ਲਈ ਇਹ ਲੜਾਈ ਲੜ ਰਿਹਾ ਹਾਂ। ਮੈਂ ਕਿਸੇ ਰਾਜਨੀਤਿਕ ਪਾਰਟੀ ਦੀ ਸਪੋਰਟ ਨਾਲ ਕਿਸੇ ਵੀ ਪਲੇਟਫਾਰਮ ਤੇ ਨਹੀਂ ਬੋਲ ਰਿਹਾ। ਇੱਕ ਕਿਸਾਨ ਹੋਣ ਦੇ ਨਾਤੇ, ਇੱਕ ਕਿਸਾਨ ਦਾ ਪੁੱਤ ਹੋਣ ਦੇ ਨਾਤੇ ਮੈਂ ਇਸ ਬਿੱਲ ਦਾ ਸਖਤ ਸ਼ਬਦਾਂ ਦੇ ਵਿੱਚ ਵਿਰੋਧ ਕਰਦਾ, ਸਖਤ ਸ਼ਬਦਾਂ ਦੇ ਵਿੱਚ ਨਿੰਦਿਆ ਕਰਦਾ। ਰਹੀ ਗੱਲ ਸਾਡੀਆਂ ਸਰਕਾਰਾਂ ਦੀ, ਇਹ ਕੁਰਸੀ ਦੇ ਪਿੱਛੇ ਭੱਜੀਆਂ ਹੋਈਆਂ ਸਰਕਾਰਾਂ ਨੇ। ਜਦੋਂ ਇਹ ਬਿੱਲ ਬਣ ਰਹੇ ਸੀ ਤਾਂ ਉਦੋਂ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਉਸ ਕਮੇਟੀ ਦੇ ਮੈਂਬਰ ਸਨ ਔਰ ਜਿਹੜੀ ਵਿਰੋਧੀ ਧਿਰ ਸ਼੍ਰੋਮਣੀ ਅਕਾਲੀ ਦਲ ਦੇ ਅੱਜ ਬੱਬਰ ਸ਼ੇਰ ਜਿਹੜੇ ਬਣੇ ਹੋਏ ਆ ਲੀਡਰ, ਜਿਹੜੇ ਦਮਗਜੇ ਮਾਰ ਰਹੇ ਆ ਕਿ ਅਸੀਂ ਮੈਡਮ ਮਾਨਯੋਗ ਹਰਸਿਮਰਤ ਕੌਰ ਬਾਦਲ ਜੀ ਦਾ ਅਸਤੀਫਾ ਦੇ ਦਿੱਤਾ ਹੈਗਾ ਇਹ ਬਿੱਲ ਪੇਸ਼ ਹੋਣ ਤੋਂ ਬਾਅਦ, ਉਹਨਾਂ ਦੇ ਵੀ ਧਿਆਨ ਹਿੱਤ ਲਿਆਉਣਾ ਚਾਹਣਾ ਕਿ ਜਦੋਂ ਇਹ ਆਰਡੀਨੈਂਸ ਆਇਆ ਸੀ ਮੈਡਮ ਉਦੋਂ ਵੀ ਫੂਡ ਪ੍ਰੋਸੈਸਿੰਗ ਮਿਨਿਸਟਰ ਸਨ ਸੈਂਟਰ ਦੇ, ਉਦੋਂ ਇਹਨਾਂ ਸਾਰੀਆਂ ਪਾਰਟੀਆਂ ਦੀ ਜਿਹੜੀ ਹੈਗੀ ਆ ਕਿਤੇ ਨਾ ਕਿਤੇ ਨਿਗਾਹ ਦੇ ਵਿੱਚ ਇਹ ਬਿੱਲ ਸੀਗਾ। ਪਰ ਇਹਨਾਂ ਨੂੰ ਇਹ ਨਹੀਂ ਸੀ ਪਤਾ ਕਿ ਪੰਜਾਬ ਦਾ ਜਾਂ ਨਾਲ ਲੱਗਦੇ ਸੂਬਿਆਂ ਦਾ ਕਿਸਾਨ ਆ ਜਿਹੜਾ ਉਹ ਇਹਨਾਂ ਬਿੱਲਾਂ ਨੂੰ ਲੈ ਕੇ ਇੰਨਾ ਵਿਦਰੋਹ ਜਿਹੜਾ ਕਰੂਗਾ। ਤਾਂ ਕਰਕੇ ਹੀ ਸ਼ਾਇਦ ਕਰੋਨਾ ਕਰਕੇ ਉਹਨਾਂ ਦੀ ਪਾਵਰ ਨੂੰ ਅੰਡਰ ਐਸਟੀਮੇਟ ਕਰ ਰਹੇ ਸੀ। ਹੁਣ ਜਦੋਂ ਕਿਸਾਨ ਦਾ ਰੋਸ ਜਾਗਿਆ, ਜਦੋਂ ਲੋਕ ਸੜਕਾਂ ਤੇ ਉਤਰੇ, ਤਾਂ ਇਹ ਕਿਤੇ ਨਾ ਕਿਤੇ ਆਪਣੀ ਜਿਹੜੀ ਹੈਗੀ ਕੁਰਸੀ ਨੂੰ ਬਚਾਉਣ ਦੇ ਲਈ ਬਹੁਤ ਕੁਝ ਕਹਿ ਰਹੇ ਆ ਵੀ ਅਸੀਂ ਇਹ ਬਿੱਲ ਦਾ ਵਿਰੋਧ ਕਰਦੇ ਆ। ਪਰ ਮੈਨੂੰ ਲੱਗਦਾ ਜ਼ਮੀਨੀ ਪੱਧਰ ਤੇ ਜੇ ਵਾਕਿਆ ਹੀ ਕਿਸਾਨ ਦੀ ਪੀੜ ਨੂੰ ਸਮਝਦੇ ਆ, ਜੇ ਅੰਦਰੋਂ ਚਾਹ ਕੇ ਵਿਰੋਧ ਕਰਨ ਤਾਂ ਜੇ ਕਾਨੂੰਨ ਬਣ ਸਕਦੇ ਆ ਤਾਂ ਕਾਨੂੰਨ ਟੁੱਟ ਵੀ ਸਕਦੇ ਆ, ਕਿਉਂਕਿ ਸਾਡੇ ਸੰਵਿਧਾਨ ਦੇ ਵਿੱਚ ਹੁਣ ਤੱਕ 100 ਤੋਂ ਵੱਧ ਸੋਧਾਂ ਹੋ ਚੁੱਕੀਆਂ ਨੇ ਤੇ ਕਿਸੇ ਬਿੱਲ ਦੇ ਵਿੱਚ ਸੋਧ ਹੋਣਾ ਕੋਈ ਵੱਡੀ ਗੱਲ ਨਹੀਂ ਹੈਗੀ। ਇਹ ਸਰ ਜਿਹੜਾ ਆਪਾਂ ਗੱਲ ਕਰਦੇ ਆਂ ਵੀ ਹੁਣ ਕਿਸਾਨੀ ਦੇ ਉੱਤੇ ਜ਼ਿਆਦਾ ਗੱਲ ਹੋ ਰਹੀ ਹੈ, ਲੇਕਿਨ ਹੁਣ ਜਿਹੜੇ ਹੋਰ ਲੋਕ ਨੇ ਜਿਨ੍ਹਾਂ ਦਾ ਕਿਸਾਨੀ ਦੇ ਨਾਲ ਡਾਇਰੈਕਟਲੀ ਸੰਬੰਧ ਨਹੀਂ ਹੈਗਾ, ਜਿਹੜੇ ਕਿਸਾਨੀ ਤੋਂ ਥੋੜਾ ਜਿਹਾ ਦੂਰ ਬੈਠੇ ਨੇ, ਉਹ ਸੋਚਦੇ ਆ ਵੀ ਸਾਡੇ ਤੇ ਕੀ ਫਰਕ ਪੈਣਾ ਵੀ ਇਹ ਕਿਸਾਨ ਨੇ ਇਹ ਲਾਠੀਆਂ ਖਾਈ ਜਾਣ ਜਾਂ ਕਿਸਾਨ ਨੇ ਆਪਣਾ ਧਰਨਾ ਕਰੀ ਜਾਣ, ਇਹ ਆਪਣੇ ਹੱਕਾਂ ਦੇ ਲਈ ਲੜਨ। ਕਿਸਾਨ ਰਲ ਮਿਲ ਕੇ ਇਕੱਠੇ ਹੋ ਕੇ ਇੰਨੇ ਹਜ਼ਾਰਾਂ ਲੱਖਾਂ ਦੀ ਤਾਦਾਦ ਦੇ ਵਿੱਚ ਸ਼ਾਇਦ ਕਿਤੇ ਨਾ ਕਿਤੇ ਸਾਡੇ ਲਈ ਹੀ ਫਾਈਟ ਕਰਦੇ ਹੋਣਗੇ, ਕਿਉਂਕਿ ਅਸੀਂ ਵੀ ਕਿਸਾਨੀ ਦਾ, ਜਿਵੇਂ ਮੈਂ ਸ਼ੁਰੂਆਤ ਦੇ ਵਿੱਚ ਦੱਸਿਆ ਵੀ ਮੈਂ ਡਾਇਰੈਕਟਲੀ ਨਾ ਮੈਂ ਕਿਸਾਨ ਦਾ ਪੁੱਤ ਹਾਂ, ਨਾ ਮੇਰਾ ਆਪ ਕਿਸਾਨੀ ਨੂੰ ਕੀਤਾ ਹੈਗਾ, ਲੇਕਿਨ ਕਿਸਾਨੀ ਤੋਂ ਇਲਾਵਾ, ਕਿਸਾਨਾਂ ਤੋਂ ਇਲਾਵਾ ਮੇਰੀ ਇੱਕ ਹੋਂਦ ਨਹੀਂ ਹੈਗੀ। ਉਸ ਤੋਂ ਇਲਾਵਾ ਜਿਵੇਂ ਮੇਰਾ ਇੱਕ ਸਰੀਰ ਹੈਗਾ, ਮੈਨੂੰ ਲੱਗਦਾ ਵੀ ਉਸ ਤੋਂ ਇਲਾਵਾ ਉਹ ਸਰੀਰ ਨਹੀਂ ਬਣ ਸਕਦਾ ਸੀ। ਤਾਂ ਇਸ ਚੀਜ਼ ਦਾ ਜਿਹੜਾ ਹੈਗਾ ਇਹ ਨਾ ਜਿਹੜੇ 3 ਬਿੱਲਾਂ ਦਾ ਅਸਰ ਹੈਗਾ ਕਿਸਾਨਾਂ ਤੋਂ ਇਲਾਵਾ ਹੋਰ ਵੀ ਲੋਕਾਂ ਤੇ ਪੈਣ ਵਾਲਾ ਹੈਗਾ ਜਾਂ ਹੋਰ ਵੀ ਲੋਕਾਂ ਤੇ ਪਏਗਾ, ਜਿਹੜੇ ਲੋਕ ਸੋਚਦੇ ਨੇ ਵੀ ਸਾਨੂੰ ਕੀ, ਕਿਸਾਨ ਨੇ ਉਹ ਤਾਂ ਲੜੀ ਜਾਣ, ਲਾਠੀਆਂ ਖਾਈ ਜਾਣ। ਹਨੀ ਵਾਲੀਆ ਜੀ, ਮੈਂ ਇੱਥੇ ਤੁਹਾਡਾ ਸਵਾਲ ਬਹੁਤ ਵਧੀਆ, ਇੱਥੇ ਥੋੜਾ ਜਿਹਾ ਇਹਦਾ ਉੱਤਰ ਕਾਫੀ ਵਿਸਥਾਰ ਦੇ ਵਿੱਚ ਦੇਣਾ ਚਾਹੂੰਗਾ। ਇਸ ਬਿੱਲ ਦਾ ਜਿੱਥੋਂ ਤੱਕ ਮੈਂ ਸਮਝਿਆ ਇਸ ਬਿੱਲ ਨੂੰ ਜਾਂ ਜਿੰਨਾ ਕਿ ਮੈਂ ਪੜ੍ਹਿਆ ਇਸ ਬਿੱਲ ਦੇ ਬਾਰੇ, ਮੈਨੂੰ ਲੱਗਦਾ ਵੀ ਕਿਸਾਨੀ ਨਾਲੋਂ ਵੀ ਵੱਧ ਹੋਰ ਜਿਹੜੇ ਕਿੱਤਾ ਮੁਖੀ ਲੋਕ ਹੈਗੇ ਆ ਉਹਨਾਂ ਤੇ ਪ੍ਰਭਾਵ ਪੈਣ ਵਾਲਾ ਹੈ। ਕਿਸਾਨ ਸਟਾਰਟਿੰਗ ਤੋਂ ਲੈ ਕੇ ਹੁਣ ਤੱਕ ਹਮੇਸ਼ਾ ਕਰਜ਼ੇ ਦੀ ਮਾਰ ਥੱਲੇ ਹੀ ਰਿਹਾ। ਉਹ ਸਾਡੇ ਮੁਲਕ ਦੀਆਂ ਕਿਸਾਨ ਮਾਰੂ ਨੀਤੀਆਂ ਕਰਕੇ ਕਹਿ ਲਓ ਜਾਂ ਸਰਮਾਏਦਾਰ ਘਰਾਣਿਆਂ ਦੀ ਪਕੜ ਕਰਕੇ ਕਹਿ ਲਓ। ਅੱਜ ਜਦੋਂ ਸਾਡਾ ਕਿਸਾਨ ਇਹਨਾਂ ਦੇ ਮੈਨੀਫੈਸਟੋ ਵਿੱਚ ਕੀਤੇ ਵਾਅਦਿਆਂ ਅਨੁਸਾਰ ਸਵਾਮੀਨਾਥਨ ਰਿਪੋਰਟ ਦੀ ਜਿਹੜਾ ਇੰਤਜ਼ਾਰ ਕਰ ਰਿਹਾ ਸੀ ਵੀ ਮੇਰੇ ਜਿਹੜੇ ਫਸਲਾਂ ਦੇ ਭਾਅ ਹੈਗੇ ਆ ਉਹ ਸਵਾਮੀਨਾਥਨ ਰਿਪੋਰਟ ਦੇ ਨਾਲ ਜੋੜੇ ਜਾਣ, ਪਰ ਉਹਨੂੰ ਇਸ ਤਰ੍ਹਾਂ ਦਾ ਝਟਕਾ ਮਿਲਦਾ ਕਿ ਤੂੰ ਫਸਲਾਂ ਦੇ ਭਾਅ ਨੂੰ ਰੋ ਰਿਹਾ, ਤੇਰੇ ਤੋਂ ਤਾਂ ਸ਼ਾਇਦ ਤੇਰੀਆਂ ਜ਼ਮੀਨਾਂ ਵੀ ਖੋਹ ਲੈਣਗੇ ਸਰਮਾਏਦਾਰ ਲੋਕ। ਜਦੋਂ ਪੰਜਾਬ ਦੀ ਜਾਂ ਮੈਂ ਭਾਰਤ ਦੀ ਅਰਥ ਵਿਵਸਥਾ ਦੀ ਗੱਲ ਕਰਾਂ ਤਾਂ ਜਿਹੜਾ ਸਾਡਾ ਮੁਲਕ ਹੈਗਾ ਉਹ ਖੇਤੀ ਪ੍ਰਧਾਨ ਮੁਲਕ ਹੈਗਾ ਤੇ ਖੇਤੀਬਾੜੀ ਜਿਹੜੀ ਹੈਗੀ ਆ ਉਹ ਸਾਡੀ ਅਰਥ ਵਿਵਸਥਾ ਦੀ ਰੀੜ੍ਹ ਦੀ ਹੱਡੀ ਹੈਗੀ ਆ। ਜਦੋਂ ਕਿਸੇ ਸਰੀਰ ਦੇ ਵਿੱਚੋਂ ਰੀੜ੍ਹ ਦੀ ਹੱਡੀ ਟੁੱਟ ਜਾਏਗੀ
ਤਾਂ ਤੁਸੀਂ ਭਲੀ ਭਾਂਤ ਜਾਣੂ ਹੋਵੋਗੇ ਕਿ ਉਹ ਸਰੀਰ ਦਾ ਹਾਲ ਕੀ ਹੋਏਗਾ। ਕਿਸਾਨ ਤੇ ਤਾਂ ਇਸ ਦਾ ਮਾਰੂ ਅਸਰ ਪੈਣਾ ਹੀ ਆ। ਕਿਸਾਨ ਨੂੰ ਤਾਂ ਹੋ ਸਕਦਾ ਵੀ ਬਦਕਿਸਮਤੀ ਦੇ ਨਾਲ ਜੇ ਇਹ ਬਿੱਲ ਆਪਣੀ ਹੋਂਦ ਨੂੰ ਸਥਾਪਿਤ ਕਰ ਲੈਂਦੇ ਆ, ਵਿਦਰੋਹ ਦੇ ਬਾਅਦ ਵੀ ਜਿਹੜਾ ਇਹ ਨਹੀਂ ਬਦਲੇ ਜਾਂਦੇ ਜਾਂ ਕੁਝ ਨਹੀਂ ਹੁੰਦਾ, ਤਾਂ ਕਿਸਾਨ ਨੂੰ ਤਾਂ ਵੀ ਕੰਟਰੈਕਟ ਫਾਰਮਿੰਗ ਦੇ ਵਿੱਚ ਉਹਦੇ ਖੇਤਾਂ ਦੇ ਵਿੱਚ ਕਾਰੋਬਾਰ ਮਿਲ ਜੂਗਾ, ਜਾਂ ਉਹ ਆਪਣੀ ਲੈਂਡ ਦਾ ਕੋਈ ਹਿੱਸਾ ਆਪਣੇ ਖਾਣ ਲਈ ਜਾਂ ਆਪਣੇ ਉਤਪਾਦਨ ਲਈ ਰੱਖ ਲਊਗਾ। ਜਿੱਦਾਂ ਮੈਂ ਗੱਲ ਕੀਤੀ ਵੀ ਕਰੋਨਾ ਦੇ ਵਿੱਚ ਕਿਸਾਨ ਆਤਮ ਨਿਰਭਰ ਸੀਗਾ ਤੇ ਉਹਨੂੰ ਕੋਈ ਜ਼ਿਆਦਾ ਪ੍ਰਭਾਵ ਨਹੀਂ ਪਿਆ, ਪਰ ਹੋਰ ਲੋਕ ਜਿਹੜੇ ਖੇਤੀਬਾੜੀ ਦੇ ਨਾਲ ਜੁੜੇ ਹਨ, ਜਿਵੇਂ ਮਜ਼ਦੂਰ ਵਰਗ ਦੀ ਗੱਲ ਕਰਾਂ, ਜਿਵੇਂ ਮੈਂ ਜਿਹੜੇ ਇੱਟਾਂ ਦੇ ਭੱਠੇ ਆ ਉਹਨਾਂ ਦੀ ਗੱਲ ਕਰਾਂ, ਮੈਂ ਮੱਛੀ ਫਾਰਮਾਂ ਦੀ ਗੱਲ ਕਰਾਂ, ਡੇਅਰੀ ਫਾਰਮਾਂ ਦੀ ਗੱਲ ਕਰਾਂ, ਅੱਗੋਂ ਡੇਅਰੀ ਫਾਰਮ ਦੇ ਨਾਲ ਬਹੁਤ ਸਾਰੇ ਹੋਰ ਲੋਕ ਜਿਹੜੇ ਸਾਡੇ ਕਸਬਿਆਂ ਦੇ ਵਿੱਚ ਪਿੰਡਾਂ ਦੇ ਵਿੱਚ ਹਲਵਾਈਆਂ ਦੀਆਂ ਦੁਕਾਨਾਂ, ਉਹ ਸਾਰੇ ਡੇਅਰੀ ਫਾਰਮ ਦੇ ਕਿੱਤੇ ਦੇ ਨਾਲ ਜੁੜੇ ਹੋਏ ਲੋਕ ਹਨ। ਜਿਹੜੇ ਕਾਰੀਗਰ ਪਿੰਡਾਂ ਦੇ ਵਿੱਚ ਬੈਠੇ ਆ, ਟਰੈਕਟਰ ਜਾਂ ਹੋਰ ਤਰ੍ਹਾਂ ਦੀਆਂ ਵਰਕਸ਼ਾਪ ਖੋਲ ਕੇ, ਬਹੁਤ ਸਾਰੇ ਮੇਰੇ ਵੀਰ ਆ ਜਿਹੜੇ ਖਾਦਾਂ ਜਾਂ ਸਪਰੇਆਂ ਦੀਆਂ ਦੁਕਾਨਾਂ ਖੋਲ ਕੇ ਬੈਠੇ ਆ, ਜਿਹੜੇ ਬੀਜਾਂ ਦੀਆਂ ਦੁਕਾਨਾਂ ਖੋਲ ਕੇ ਬੈਠੇ ਆ, ਸਪੇਅਰ ਪਾਰਟ ਦੀਆਂ ਦੁਕਾਨਾਂ ਖੋਲ ਕੇ ਬੈਠੇ ਪਿੰਡਾਂ ਦੇ ਵਿੱਚ, ਹਾਰਵੈਸਟਰਾਂ ਤੇ ਡਰਾਈਵਰ ਲੱਗਦੇ ਆ, ਤੂੜੀ ਵਾਲੀ ਮਸ਼ੀਨਾਂ ਦੇ ਨਾਲ ਜਿਨ੍ਹਾਂ ਨੂੰ ਰੁਜ਼ਗਾਰ ਮਿਲਦਾ, ਜਿਹੜੇ ਸਾਡੇ ਅੱਜ ਬੜਾ ਵੱਡਾ ਇਸ ਬਿੱਲ ਦੇ ਜ਼ਰੀਏ ਕਿਸਾਨ ਨੂੰ ਆੜਤੀਏ ਦੇ ਨਾਲ ਉਹਦੀ ਦੁਸ਼ਮਣੀ ਪੈਦਾ ਕੀਤੀ ਜਾ ਰਹੀ ਆ। ਆੜਤੀਏ ਨੂੰ ਮਾੜਾ ਦਿਖਾਇਆ ਜਾ ਰਿਹਾ ਵੀ ਆੜਤੀਆ ਕਿਸਾਨ ਦੀ ਲੁੱਟ ਕਰਦਾ। ਸ਼ਾਇਦ ਇਹਨਾਂ ਸਰਮਾਏਦਾਰ ਘਰਾਣਿਆਂ ਨੂੰ ਪਤਾ ਨਹੀਂ ਹੈਗਾ ਵੀ ਜੱਟ ਦਾ, ਸੀਰੀ ਦਾ ਤੇ ਆੜਤੀਏ ਦਾ 9 ਮਾਸ ਦਾ ਰਿਸ਼ਤਾ ਕਿਤੇ ਹਨੇਰੇ ਵੇਲੇ ਜਦੋਂ ਵੀ ਜੱਟ ਤੇ ਕੋਈ ਗੱਲ ਬਣਦੀ ਆ ਤਾਂ ਸਭ ਤੋਂ ਪਹਿਲਾਂ ਉਹਦੇ ਲਈ ਖੜਨ ਵਾਲਾ ਜਿਹੜਾ ਬਾਣੀਆ ਹੈਗਾ ਉਹ ਆੜਤੀਆ ਹੁੰਦਾ ਤੇ ਜੱਟ ਦੀ ਨਿੱਜੀ ਬੈਂਕ ਆ। ਬਹੁਤ ਸਾਰੇ ਜਿਹੜੇ ਅਨਪੜ੍ਹ ਕਿਸਾਨ ਹੈਗੇ ਆ ਉਹਨਾਂ ਨੂੰ ਬੈਂਕਿੰਗ ਦੀਆਂ ਘੁੰਡੀਆਂ ਦਾ ਪਤਾ ਹੀ ਨਹੀਂ ਹੈਗਾ, ਉਹਨਾਂ ਨੂੰ ATM ਤੱਕ ਨਹੀਂ ਵਰਤਣੇ ਆਉਂਦੇ, ਤੇ ਜਿਹੜਾ ਆੜਤੀਆ ਉਹਨਾਂ ਦੇ ਲਈ ਬਹੁਤ ਵੱਡਾ ਰੋਲ ਅਦਾ ਕਰਦਾ। ਪਿਛਲੇ ਮਹੀਨੇ ਮੈਨੂੰ ਹਨੀ ਵਾਲੀਆ ਜੀ, ਮੈਂ ਆਪਣਾ ਪਰਸਨਲ ਤਜਰਬਾ ਤੁਹਾਡੇ ਨਾਲ ਇੱਥੇ ਸ਼ੇਅਰ ਕਰਦਾ, ਮੈਨੂੰ ਹਾਊਸ ਲੋਨ ਦੀ ਜ਼ਰੂਰਤ ਪੈ ਗਈ ਔਰ ਮੈਂ ਇੱਕ ਪੜ੍ਹਿਆ ਲਿਖਿਆ ਬੰਦਾ ਹੋਣ ਦੇ ਨਾਤੇ, ਇਨਕਮ ਟੈਕਸ ਪੇ ਕਰਨ ਵਾਲਾ ਇਨਸਾਨ ਹੋਣ ਦੇ ਨਾਤੇ ਮੈਨੂੰ 20 ਦਿਨ ਬੈਂਕ ਦੇ ਚੱਕਰ ਮਾਰਨੇ ਪਏ, ਕਿਉਂਕਿ ਇੱਕ ਵਕੀਲ ਹੋਣ ਦੇ ਨਾਤੇ ਇਹਨਾਂ ਦੀਆਂ ਘੁੰਡੀਆਂ ਇੰਨੀਆਂ ਜ਼ਿਆਦਾ, ਔਰ ਇੱਕ ਆਮ ਕਿਸਾਨ ਉਹਨਾਂ ਘੁੰਡੀਆਂ ਨੂੰ ਸਮਝ ਨਹੀਂ ਸਕਦਾ, ਜਦ ਕਿ ਆੜਤੀਆ ਇੱਕ ਇਹੋ ਜਿਹਾ ਵਿਸ਼ਵਾਸ ਆ ਜ਼ਿਮੀਂਦਾਰ ਦਾ, ਕਿਸਾਨ ਦਾ, ਜਿਹੜਾ ਅੱਧੀ ਜ਼ਬਾਨ ਤੇ ਰਾਤ ਨੂੰ 12 ਵਜੇ ਵੀ ਉਹਦੀ ਕੋਈ ਐਮਰਜੈਂਸੀ ਪੈ ਜਾਵੇ ਤਾਂ ਉਹਦੇ ਲਈ ਪੈਸੇ ਲੈ ਕੇ ਆਉਂਦਾ। ਸੋ ਇਹ ਬਿੱਲ ਦੇ ਵਿੱਚ ਕਿਤੇ ਨਾ ਕਿਤੇ ਤੁਹਾਨੂੰ ਆਪਣੇ ਲੋਕਾਂ ਦੇ ਨਾਲ ਲੜਾਇਆ ਜਾ ਰਿਹਾ। ਉਹਨਾਂ ਆੜਤੀਆਂ ਦਾ ਕਾਰੋਬਾਰ ਵੀ ਡਿਸਟਰਬ ਹੋਊਗਾ, ਜਿਹੜੇ ਸਾਡੇ ਬਾਣੀਆਂ ਵੀਰ ਸ਼ੈਲਰ ਲਾ ਕੇ ਬੈਠੇ ਆ ਇਨਵੈਸਟਮੈਂਟ ਕਰਕੇ, ਆਟੇ ਦੀਆਂ ਚੱਕੀਆਂ ਲਾ ਕੇ ਬੈਠੇ ਆ, ਸਬਜ਼ੀਆਂ ਦੇ ਸਟੋਰ ਖੋਲ ਕੇ ਬੈਠੇ ਆ, ਹੋਰ ਪਤਾ ਨਹੀਂ ਸ਼ਾਇਦ ਮੈਂ ਕਰੀ ਜਾਵਾਂ, ਮੈਨੂੰ ਸਮਾਂ ਇਜਾਜ਼ਤ ਨਹੀਂ ਦਿੰਦਾ ਕਿਉਂਕਿ ਆਪਣੇ ਕੋਲੇ ਲਿਮਟਿਡ ਜਿਹੜਾ ਸਮਾਂ ਹੈਗਾ। ਅਗਰ ਮੈਂ ਕਿੱਤਿਆਂ ਦੀ ਲਿਸਟ ਬਣਾਉਣ ਲੱਗ ਪਵਾਂ ਤੇ ਮੈਨੂੰ ਲੱਗਦਾ ਵੀ ਮੈਂ ਪੂਰੀ ਦੀ ਪੂਰੀ ਤੁਹਾਡੀ ਕਿਤਾਬ ਭਰ ਦੂੰਗਾ ਕਿ ਹਰ ਕਿੱਤਾ ਸਿੱਧੇ ਜਾਂ ਅਸਿੱਧੇ ਤੌਰ ਦੇ ਉੱਪਰ ਖੇਤੀਬਾੜੀ ਦੇ ਨਾਲ ਜੁੜਿਆ ਹੋਇਆ ਹੈ, ਤੇ ਉਹ ਸਾਰੇ ਕਿੱਤੇ ਜਿਹੜੇ ਕਿੱਤੇ ਹੈਗੇ ਆ ਉਹ ਬੁਰੀ ਤਰ੍ਹਾਂ ਨਾਲ ਪ੍ਰਭਾਵਿਤ ਹੋਣਗੇ, ਔਰ ਆਮ ਬੰਦਾ ਜਿਹੜਾ ਹੈਗਾ ਉਹਦਾ ਡੇਲੀ ਦਾ ਰੁਟੀਨ ਦਾ ਬਜਟ, ਉਹਦੀ ਰਸੋਈ ਦਾ ਬਜਟ ਬੜੀ ਬੁਰੀ ਤਰ੍ਹਾਂ ਦੇ ਨਾਲ ਪ੍ਰਭਾਵਿਤ ਹੋਊਗਾ। ਇਸ ਬਿੱਲ ਦੇ ਵਿੱਚ ਇੱਕ ਲਾਈਨ ਬੜੀ ਸਪਸ਼ਟ ਲਿਖੀ ਆ ਉਹਨਾਂ ਨੇ ਕਿ ਅਸੀਂ ਅਗਰ ਕੰਟਰੈਕਟ ਫਾਰਮਿੰਗ ਕਰਦੇ ਆ, ਕਿਸਾਨ ਤੋਂ ਉਹਦੀ ਜ਼ਮੀਨ ਆ ਜਿਹੜੀ ਉਹ ਕੰਟਰੈਕਟ ਕਰਕੇ ਫਾਰਮਿੰਗ ਕਰਨ ਲਈ ਲੈਨੇ ਆ, ਅਸੀਂ ਉਸ ਨੂੰ ਪੈਸੇ ਤਾਂ ਦੇਵਾਂਗੇ ਪਰ ਅਸੀਂ ਉਸ ਨੂੰ ਇੱਕ ਦਾਣਾ ਵੀ ਫਸਲ ਦਾ ਨਹੀਂ ਦੇਵਾਂਗੇ। ਇਸ ਦਾ ਮਤਲਬ ਕਿ ਉਹਨੂੰ ਜਿਹੜਾ ਹੈਗਾ ਆਟਾ ਖਾਣ ਲਈ ਜਾਂ ਜਿਹੜੀ ਕੋਈ ਮੱਕੀ ਹੈਗੀ ਆ ਜਾਂ ਆਪਣਾ ਚਾਰਾ ਹੈਗਾ ਉਹ ਮੁੱਲ ਖਰੀਦਣਾ ਪਊਗਾ। ਅੱਜ ਜੇ ਆਪਾਂ ਗੱਲ ਕਰੀਏ ਇਹਨਾਂ ਅਦਾਨੀਆਂ ਅੰਬਾਨੀਆਂ ਦਾ ਆਟਾ ਅੱਜ ਵੀ ਮਾਰਕੀਟ 'ਚ ਆ ਰਿਹਾ, ਉਹ ਮੈਨੂੰ ਲੱਗਦਾ ਲਗਭਗ 375 ਰੁਪਏ ਦੀ ਥੈਲੀ ਆ 10 ਕਿਲੋ ਦੀ, ਉਹ 37 ਰੁਪਏ 37.5 ਰੁਪਏ ਕਿਲੋ ਕਿਸਾਨ ਨੂੰ ਪਊਗਾ, ਜਿਹੜੀ ਕਣਕ ਉਹਦੇ ਤੋਂ ਅੱਜ 17 ਜਾਂ 18 ਰੁਪਏ ਖਰੀਦੀ ਜਾਂਦੀ ਆ। ਸੋ ਸਿੱਧੇ ਤਰੀਕੇ ਦੇ ਨਾਲ ਉਸ ਤੋਂ ਡਬਲ ਖਰਚਾ ਪਊਗਾ ਉਹਨਾਂ ਨੂੰ। ਬਿਲਕੁਲ ਸਿੱਧੇ ਤਰੀਕੇ ਦੇ ਨਾਲ ਇਹ ਵਪਾਰ ਕਰਨਾ ਚਾਹੁੰਦੇ ਆ, ਇਹ ਖੇਤੀਬਾੜੀ ਨੂੰ ਇੱਕ ਉਦਯੋਗ ਬਣਾਉਣਾ ਚਾਹੁੰਦੇ ਆ, ਜਦ ਕਿ ਖੇਤੀਬਾੜੀ ਉਦਯੋਗ ਨਹੀਂ ਆ, ਖੇਤੀਬਾੜੀ ਇੱਕ ਜ਼ਿੰਦਗੀ ਆ। ਇਹਨੂੰ ਉਦਯੋਗਿਕ ਨਜ਼ਰੀਏ ਦੇ ਨਾਲ ਨਾ ਵੇਖਿਆ ਜਾਵੇ, ਕਿਉਂਕਿ ਉਦਯੋਗ ਦੇ ਵਿੱਚ ਤੁਸੀਂ ਕਿਸੇ ਵੀ ਚੀਜ਼ ਦੀ ਜਿਹੜੀ ਹੈਗੀ ਆ ਉਪਜ ਨੂੰ ਵਧਾ ਘਟਾ ਸਕਦੇ ਹੋ, ਪਰ ਖੇਤੀਬਾੜੀ ਦੇ ਵਿੱਚ ਤੁਹਾਡੇ ਹੱਥ ਵੱਸ ਨਹੀਂ ਹੁੰਦਾ। ਖੇਤੀਬਾੜੀ ਜਿਹੜੀ ਹੈਗੀ ਉਹ ਕਿਸੇ ਛੱਤ ਦੇ ਥੱਲੇ ਨਹੀਂ ਹੁੰਦੀ, ਉਹ ਖੁੱਲੇ ਅਸਮਾਨ ਦੇ ਵਿੱਚ ਹੁੰਦੀ ਆ। ਔਰ ਇੱਕ ਹੋਰ ਜਿਹੜੀ ਮੈਂ ਗੱਲ ਕਹਿਣੀ ਚਾਹੁੰਦਾ ਵੀ ਕਿਹੜਾ ਤੁਸੀਂ ਉਦਯੋਗਿਕ ਗੱਲਾਂ ਕਰਦੇ ਹੋ, ਜਿਹੜੀ ਉਦਯੋਗ ਆ ਉਹ ਜਿਹੜੇ ਹੈਗੇ ਆ ਉਹ ਛੱਤ ਦੇ ਥੱਲੇ ਜਦੋਂ ਚੱਲਦੇ ਆ, ਉਹਦੇ ਤੇ ਕੁਦਰਤ ਜਿਹੜੀ ਹੈਗੀ ਆ, ਰੱਬ ਨਾ ਕਰੇ ਹੜ੍ਹ ਨਾ ਆਉਣ ਜਾਂ ਕੋਈ ਬਹੁਤ ਵੱਡੀ ਆਫਤ ਨਾ ਆਵੇ ਤਾਂ ਕੋਈ ਪ੍ਰਭਾਵ ਨਹੀਂ ਪੈਂਦਾ, ਪਰ ਖੇਤੀਬਾੜੀ ਦੇ ਉੱਪਰ ਤਾਂ ਜੇ ਹਵਾ ਵੀ ਤੇਜ਼ ਚੱਲ ਪਵੇ ਤਾਂ ਬਹੁਤ ਜ਼ਿਆਦਾ ਪ੍ਰਭਾਵ ਪੈਂਦਾ। ਸੋ ਇਹਦੇ ਅਗਾਂਹੋਂ ਸਿੱਟੇ ਜਿਹੜੇ ਉਹ ਪਹਿਲਾਂ ਨਹੀਂ ਕੱਢੇ ਜਾ ਸਕਦੇ।
ਤਾਂ ਦੋਸਤੋ ਤੁਸੀਂ ਵੀ ਦੀਦਾਰ ਸਿੰਘ ਜੀ ਸਾਡੇ ਨਾਲ ਜੁੜੇ ਹੋਏ ਨੇ, ਇੱਕ ਕਿਸਾਨੀ ਖਿੱਤੇ ਤੋਂ ਵੀ ਜਿਹੜੇ ਹੈਗੇ ਜਿਹੜੇ ਇਹਨਾਂ ਦੀ ਜੜ੍ਹਾਂ ਹੈਗੀਆਂ ਨੇ, ਇੱਕ ਐਡਵੋਕੇਟ ਵੀ ਨੇ, ਵਕੀਲ ਨੇ, ਕਿਸਾਨ ਨੇ। ਤੁਸੀਂ ਇਹਨਾਂ ਦੀ ਗੱਲਾਂ ਦੇ ਨਾਲ ਕਿੰਨਾ ਕੁ ਸਹਿਮਤ ਹੋ, ਕਿੰਨਾ ਕੁ ਅਸਹਿਮਤ ਹੋ, ਤੁਸੀਂ ਸਾਨੂੰ ਜ਼ਰੂਰ ਕਮੈਂਟ ਕਰੋ। ਅਸੀਂ ਹੋਰ ਵੀ ਇਸ ਦੇ ਉੱਤੇ, ਕਿਉਂਕਿ ਅਸੀਂ ਕਰੰਟ ਜਿਹੜੇ ਹੈਗੇ ਨੇ ਅਫੇਅਰਸ ਦੇ ਉੱਤੇ ਗੱਲਬਾਤ ਕਰਦੇ ਰਵਾਂਗੇ। ਤੁਸੀਂ ਸਾਡੇ ਇਸ ਚੈਨਲ ਨੂੰ ਹਨੀ ਵਾਲੀਆ ਸ਼ੋਜ਼ ਨੂੰ ਵੱਧ ਤੋਂ ਵੱਧ ਫੇਸਬੁੱਕ ਪੇਜ ਤੇ ਸ਼ੇਅਰ ਕਰੋ, ਲਾਈਕ ਕਰੋ, ਤਾਂ ਕਿ ਸਾਡੇ ਦੂਰ ਦੁਰਾਡੇ ਜਿੰਨੇ ਵੀ ਸਾਡੇ ਦੋਸਤ ਨੇ, ਮਿੱਤਰ ਨੇ, ਕੋਈ ਸਮਰਥਨ ਕਰਦੇ ਨੇ, ਕੋਈ ਨਹੀਂ ਕਰਦੇ, ਸਾਡੇ ਨਾਲ ਗੱਲਾਂ ਕਰਨਾ ਚਾਹੁੰਦੇ ਨੇ, ਇਸ ਪਲੇਟਫਾਰਮ ਦੇ ਉੱਤੇ ਆ ਕੇ ਆਪਣੇ ਜਿਹੜੀ ਹੈਗੀ ਕਿਸੇ ਵੀ ਮੁੱਦੇ ਦੇ ਉੱਤੇ ਜਾਣਕਾਰੀ ਸ਼ੇਅਰ ਕਰਨਾ ਚਾਹੁੰਦੇ ਨੇ, ਕੋਈ ਗੱਲਬਾਤ ਕਰਨਾ ਚਾਹੁੰਦੇ ਆ, ਅਸੀਂ ਉਹਨਾਂ ਨੂੰ ਹਮੇਸ਼ਾ ਇਸ ਪ੍ਰੋਗਰਾਮ ਦੇ ਉੱਤੇ ਵੈਲਕਮ ਕਰਦੇ ਹਾਂ। ਉਹ ਸਾਡੇ ਇਸ ਪ੍ਰੋਗਰਾਮ ਦੇ ਉੱਤੇ ਫ੍ਰੀ ਆਫ ਕਾਸਟ, ਕੋਈ ਅਸੀਂ ਚਾਰजेस ਨਹੀਂ ਲੈਂਦੇ। ਤੁਸੀਂ ਕੋਈ ਵੀ ਮੁੱਦੇ ਦੇ ਉੱਤੇ ਡਿਸਕਸ਼ਨ ਕਰਨੀ ਹੈ, ਤੁਸੀਂ ਸਾਡੇ ਨਾਲ ਕੰਟੈਕਟ ਕਰ ਸਕਦੇ ਹੋ। ਅਸੀਂ ਤੁਹਾਨੂੰ ਇਸ ਪਲੇਟਫਾਰਮ ਦੇ ਉੱਤੇ ਬੁਲਾ ਕੇ ਸਾਡੇ ਦਰਸ਼ਕਾਂ ਦੇ ਨਾਲ ਸ਼ੇਅਰ ਕਰਾਂਗੇ। ਇੱਕ ਹੋਰ ਜਿਹੜੀ ਵੱਡੀ ਗੱਲ ਹੈਗੀ ਵੀ ਅਸੀਂ ਕਿਸੇ ਵੀ ਪਾਰਟੀ ਦਾ ਸਮਰਥਨ ਨਹੀਂ ਕਰਦੇ, ਅਸੀਂ ਕਿਸੇ ਵੀ ਪਾਰਟੀ ਨੂੰ ਗਲਤ ਨਹੀਂ ਕਹਿੰਦੇ, ਅਸੀਂ ਕਿਸੇ ਦਾ ਸਹਿਯੋਗ ਨਹੀਂ ਕਰਦੇ। ਅਸੀਂ ਜਿਹੜਾ ਆਪਣਾ ਐਕਸਪੀਰੀਅੰਸ ਹੈ ਦੋਸਤੋ, ਸਾਡੇ ਮਨ ਦੀਆਂ ਗੱਲਾਂ ਹੁੰਦੀਆਂ ਨੇ, ਸਾਡੇ ਐਕਸਪਰਟ ਆਉਂਦੇ ਨੇ, ਉਹ ਆਪਣਾ ਐਕਸਪੀਰੀਅੰਸ ਤੁਹਾਡੇ ਨਾਲ ਸ਼ੇਅਰ ਕਰਨ ਦੀ ਕੋਸ਼ਿਸ਼ ਕਰਦੇ ਆ। ਤਾਂ ਦੀਦਾਰ ਭਾਜੀ, ਇੱਕ ਤੁਸੀਂ ਵਰਡ ਯੂਜ਼ ਕੀਤਾ ਸੀਗਾ ਕਾਲਾ ਬਾਜ਼ਾਰੀ ਦੀ ਗੱਲ ਕਰ ਲਈਏ, ਜਾਂ ਹਨਾ ਜਿਹੜੀ ਇਹ ਕਾਲਾ ਬਾਜ਼ਾਰੀ ਹੋਏਗੀ ਇਹਦੇ ਨਾਲ ਇਸ ਬਿੱਲ ਤੋਂ ਬਾਅਦ, ਤਾਂ ਉਹ ਕਾਲਾ ਬਾਜ਼ਾਰੀ ਕੀ ਹੋਏਗੀ? ਕੁਝ ਸਾਡੇ ਦਰਸ਼ਕਾਂ ਦੇ ਜਿਹੜੇ ਸਵਾਲ ਆਏ ਨੇ ਵੀ ਇਹ ਕਾਲਾ ਬਾਜ਼ਾਰੀ ਦੇ ਬਾਰੇ ਥੋੜਾ ਜਿਹਾ ਦੱਸੋ ਵੀ ਇਹ ਕਿਸ ਡਾਇਰੈਕਟਲੀ ਇਨਡਾਇਰੈਕਟਲੀ ਕਿੱਦਾਂ ਹੋਏਗੀ? ਹਨੀ ਵਾਲੀਆ ਜੀ, ਜਿੱਦਾਂ ਅਸੀਂ ਆਪਣਾ ਆਦਰਸ਼, ਆਪਣਾ ਮਾਡਲ ਮੰਨਦੇ ਆ ਭਗਤ ਸਿੰਘ ਨੂੰ। ਭਗਤ ਸਿੰਘ ਹਰੀ ਆਕਸਫੋਰਡ, ਲੈਨਿਨ, ਕਾਰਲ ਮਾਰਕਸ ਨੂੰ ਪੜ੍ਹਿਆ ਕਰਦੇ ਸਨ, ਜਿਹੜੇ ਸਰਮਾਏਦਾਰ ਘਰਾਣਿਆਂ ਦੀ ਜਿਹੜੀਆਂ ਇਹਨਾਂ ਨੀਤੀਆਂ ਦਾ ਵਿਰੋਧ ਕਰਦੇ ਸਨ। ਅਤੇ ਜਦੋਂ ਸਾਡਾ ਮੁਲਕ ਆਜ਼ਾਦ ਹੋਇਆ, ਉਦੋਂ 1955 ਦੇ ਵਿੱਚ ਇੱਕ ਐਸੈਂਸ਼ੀਅਲ ਕਮੋਡਿਟੀ ਐਕਟ ਬਣਾਇਆ ਗਿਆ ਸੀ ਕਿ ਕੋਈ ਵੀ ਬੰਦਾ ਜਿਹੜੀਆਂ ਜ਼ਰੂਰੀ ਵਸਤਾਂ ਹੈਗੀਆਂ ਉਹਨਾਂ ਨੂੰ ਭੰਡਾਰਾ ਨਹੀਂ ਕਰ ਸਕਦਾ ਉਹਨਾਂ ਦਾ। ਜਿੱਦਾਂ ਤੁਸੀਂ ਅਨਾਜ ਦਾ ਔਰ ਸਬਜ਼ੀਆਂ ਦਾ ਜਾਂ ਤੇਲ ਦਾ ਜਾਂ ਕੋਲੇ ਦਾ, ਜਿਹੜੀਆਂ ਵੀ ਇਦਾਂ ਦੀਆਂ ਇੰਪੋਰਟੈਂਟ ਚੀਜ਼ਾਂ ਹੈਗੀਆਂ, ਖਾਦ ਪਦਾਰਥ ਦੀ ਸੂਚੀ ਹੁੰਦੀ ਹੈ ਇਹ, ਉਹਨਾਂ ਨੂੰ ਪ੍ਰਾਈਵੇਟ ਬੰਦਾ ਸਟੋਰ ਕਰਕੇ ਨਹੀਂ ਰੱਖ ਸਕਦਾ। ਕੱਲ ਨੂੰ ਆਮ ਲੋਕਾਂ ਨੂੰ, ਆਮ ਪਬਲਿਕ ਨੂੰ ਬਲੈਕਮੇਲ ਨਹੀਂ ਕਰ ਸਕਦਾ ਉਹਨਾਂ ਦੇ ਨਾਲ ਕਿ ਮੈਂ ਤੈਨੂੰ ਅਨਾਜ ਦਿੰਨਾ, ਤੂੰ ਮੈਨੂੰ ਮਜ਼ਦੂਰੀ ਕਰ, ਜਿੱਦਾਂ ਅਸੀਂ ਪੁਰਾਣੀਆਂ ਫਿਲਮਾਂ ਦੇ ਵਿੱਚ ਵੀ ਨੇ ਠਾਕਰ ਜਾਂ ਸਰਮਾਏਦਾਰ ਲੋਕ ਕਰਦੇ ਸੀਗੇ। ਉਹ ਕਿਤੇ ਨਾ ਕਿਤੇ ਇਸ ਐਕਟ ਦੇ ਨਾਲ ਇਸ ਸਾਰੇ ਕਾਸੇ ਨੂੰ ਬੈਲੈਂਸ ਕੀਤਾ ਜਾਂਦਾ ਸੀਗਾ। ਜਿੱਦਾਂ ਆਪਾਂ ਅਕਸਰ ਹੀ ਦੇਖਦੇ ਹਾਂ ਵੀ ਸਿਆਲਾਂ ਦੇ ਦਿਨਾਂ ਦੇ ਵਿੱਚ ਜਿਹੜਾ ਪਿਆਜ਼ ਆ ਉਹ 100 ਰੁਪਏ, 125 ਰੁਪਏ ਕਿਲੋ ਹੋ ਜਾਂਦਾ, ਤੇ ਆਮ ਹੀ ਨਿਊਜ਼ ਦੇ ਵਿੱਚ ਆਉਂਦਾ ਸੀ ਵੀ ਛਾਪੇਮਾਰੀ ਕਰਕੇ ਫਲਾਣੇ ਗੋਦਾਮ ਦੇ ਵਿੱਚੋਂ ਇੰਨੇ ਪਿਆਜ਼ ਫੜੇ ਗਏ। ਉਹ ਕਿਸੇ ਨੇ ਪ੍ਰਾਈਵੇਟ ਪਿਆਜ਼ ਖਰੀਦ ਕੇ ਰੱਖੇ ਆ, ਉਹ ਇਸੇ ਐਕਟ ਦੇ ਅੰਦਰ ਹੀ ਫੜੇ ਜਾਂਦੇ ਸੀਗੇ, ਕਿਉਂਕਿ ਕਾਲੇ ਬਾਜ਼ਾਰੀ ਔਰ ਭੰਡਾਰਾ ਕਰਨ ਦੇ ਉੱਪਰ, ਜ਼ਖੀਰਾ ਜਮ੍ਹਾਂ ਕਰਨ ਦੇ ਉੱਪਰ ਸਰਕਾਰੀ ਰੋਕ ਸੀਗੀ। ਪਰ ਇਹ ਜਿਹੜੇ ਹੁਣ ਇਹਨਾਂ ਨੇ ਨਵੇਂ ਬਿੱਲ ਪਾਸ ਕੀਤੇ ਆ, ਉਹਦੇ ਤਹਿਤ ਪ੍ਰਾਈਵੇਟ ਘਰਾਣਿਆਂ ਨੂੰ, ਸਰਮਾਏਦਾਰ ਘਰਾਣਿਆਂ ਨੂੰ ਇਹ ਛੋਟ ਦੇ ਦਿੱਤੀ ਆ ਕਿ ਤੁਸੀਂ ਲੋਕਾਂ ਦਾ ਸ਼ੋਸ਼ਣ ਜੇ ਕਰਨਾ ਤਾਂ ਜਿਹੜੇ ਇਹ ਨਿੱਜੀ ਪਦਾਰਥ ਹੈਗੇ ਆ ਇਹਨਾਂ ਦਾ ਸਟੋਰ ਕਰ ਸਕਦੇ ਹੋ, ਕਿਉਂਕਿ ਇਹਨਾਂ ਨੂੰ ਤੁਹਾਡੇ ਫੂਡ ਨੂੰ, ਤੁਹਾਡੀਆਂ ਸਬਜ਼ੀਆਂ ਨੂੰ ਜ਼ਰੂਰੀ ਵਸਤਾਂ ਚੋਂ ਕੱਢ ਦਿੱਤਾ ਗਿਆ ਹੈ। ਇਹ ਖਾਦ ਪਦਾਰਥਾਂ ਦੀ ਸੂਚੀ ਦੇ ਵਿੱਚ ਨਹੀਂ ਰਹੇ। ਸੋ ਇਹ ਕਿਤੇ ਨਾ ਕਿਤੇ ਡਾਇਰੈਕਟਲੀ ਜਿਹੜਾ ਹੈਗਾ ਇਹ ਨਾਦਰਸ਼ਾਹੀ ਫਰਮਾਨ ਦੇ ਨਾਲ ਜਿਹੜੇ ਇਹ ਬਿੱਲ ਆ ਪਾਸ ਹੋਏ ਆ। ਕਿਤੇ ਵੀ ਇਹਦੇ ਤੇ ਕਿਸਾਨਾਂ ਦੀ ਜਿਹੜੀ ਰਾਇ ਆ ਉਹ ਨਹੀਂ ਲਈ ਗਈ, ਕਿਸਾਨਾਂ ਨੂੰ ਆਪਣੇ ਪੱਖ ਦੇ ਵਿੱਚ ਨਹੀਂ ਲਿਆ ਗਿਆ, ਔਰ ਉਹਨਾਂ ਦੇ ਨਾਲ ਡਾਇਰੈਕਟ ਵੀ ਉਹਨਾਂ ਤੇ ਅਤਿਆਚਾਰ ਕਰਨ ਦੇ ਨਜ਼ਰੀਏ ਦੇ ਨਾਲ, ਔਰ ਜਿਹੜਾ ਅੰਡਾਨੀਆਂ ਅੰਬਾਨੀਆਂ ਨੂੰ ਸਪੋਰਟ ਕਰਨ ਦੇ ਨਜ਼ਰੀਏ ਦੇ ਨਾਲ ਜਿਹੜੇ ਬਿੱਲ ਪਾਸ ਕੀਤੇ ਗਏ ਆ, ਇਹ ਬਿਲਕੁਲ ਜਿਹੜੇ ਹੈਗੇ ਆ ਇਹ ਕਿਸਾਨ ਮਾਰੂ ਨੀਤੀਆਂ ਨਾਲ ਬਣੇ ਆ। ਬਿਲਕੁਲ। ਇੱਕ ਮੈਂ ਹੋਰ ਲਾਸਟ ਕੁਐਸਚਨ ਪੁੱਛਣਾ ਚਾਹਨਾ ਦੀਦਾਰ ਭਾਜੀ, ਕਿਉਂਕਿ ਸਾਡੇ ਕੋਲੇ ਹੋਰ ਸਮਾਂ ਇਜਾਜ਼ਤ ਨਹੀਂ ਦਿੰਦਾ, ਕਿਉਂਕਿ ਜਿਹੜੀ ਐਮਐਸਪੀ ਦੀ ਗੱਲ ਕੀਤੀ ਹੈ, ਐਮਐਸਪੀ ਵੱਲੋਂ ਜਿਹੜੀ ਐਮਐਸਪੀ ਹੈਗੀ ਹੈ ਇਹਦੀ ਆਪਾਂ ਗੱਲ ਕਰਦੇ ਹਾਂ ਤੇ ਇਹਦੀ ਕਿਹਾ ਜਾਂਦਾ ਵੀ ਇਹ ਕਿਤੇ ਨਾ ਕਿਤੇ ਫਾਇਦੇਮੰਦ ਸਾਬਿਤ ਸਿੱਧ ਹੋਏਗੀ, ਵੀ ਇਹ ਤੁਹਾਨੂੰ ਐਮਐਸਪੀ ਦਿੱਤੀ ਜਾਏਗੀ, ਲੇਕਿਨ ਕਿਤੇ ਨਾ ਕਿਤੇ ਕਿਸਾਨ ਨੇ ਹਾਲੇ ਵੀ ਉਹਦੇ ਖਿਲਾਫ ਜਿਹੜਾ ਰੋਸ ਪ੍ਰਦਰਸ਼ਨ ਕਰ ਰਹੇ ਹੈ। ਇਹਦਾ ਕੀ ਕਾਰਨ ਹੈਗਾ? ਕੀ ਉਹਨਾਂ ਨੂੰ ਸਮਝ ਨਹੀਂ ਆ ਰਹੀ ਕਿ ਉਹ ਸਹੀ ਹੱਕਾਂ ਦੇ ਲਈ ਹਾਲੇ ਵੀ ਲੜ ਰਹੇ ਨੇ? ਹਨੀ ਵਾਲੀਆ ਜੀ, ਇਹ ਨਵੇਂ ਬਿੱਲਾਂ ਦੇ ਵਿੱਚ ਕਿਤੇ ਵੀ ਐਮਐਸਪੀ ਨਾਂ ਦੇ ਸ਼ਬਦ ਦਾ ਇਸਤੇਮਾਲ ਨਹੀਂ ਕੀਤਾ ਗਿਆ। ਮਿਨੀਮਮ ਸਪੋਰਟ ਪ੍ਰਾਈਸ ਜਿਹੜਾ ਇਹ ਐਮਐਸਪੀ ਹੈਗਾ, ਪਹਿਲਾਂ ਸਰਕਾਰ ਦੁਆਰਾ ਤੁਹਾਡੀਆਂ ਫਸਲਾਂ ਦਾ ਫਿਕਸ ਕੀਤਾ ਜਾਂਦਾ ਸੀ, ਉਸ ਮਿਨੀਮਮ ਸਪੋਰਟ ਪ੍ਰਾਈਸ ਤੋਂ ਥੱਲੇ ਜਾ ਕੇ ਜਿਹੜਾ ਫਸਲ ਕੋਈ ਨਹੀਂ ਖਰੀਦ ਸਕਦਾ ਸੀ। ਪਰ ਨਵੇਂ ਐਕਟਾਂ ਦੇ ਵਿੱਚ ਜ਼ਬਾਨੀ ਕਲਾਮੀ ਜਿਹੜੇ ਬੰਦੇ ਹੈਗੇ ਆ, ਸਾਡੇ ਖੇਤੀਬਾੜੀ ਮਿਨਿਸਟਰ ਸੈਂਟਰ ਦੇ, ਸਾਡੇ ਪ੍ਰਧਾਨ ਮੰਤਰੀ ਮੋਦੀ ਸਾਹਿਬ, ਜ਼ਬਾਨੀ ਕਲਾਮੀ ਲੋਕਾਂ ਨੂੰ ਕਹਿ ਰਹੇ ਆ ਵੀ ਅਸੀਂ ਐਮਐਸਪੀ ਜਿਹੜੀ ਆ ਉਹਨੂੰ ਕੰਟੀਨਿਊ ਰੱਖਾਂਗੇ, ਪਰ ਐਕਟ ਦੇ ਵਿੱਚ ਲਿਖਤੀ ਤੌਰ ਦੇ ਉੱਪਰ ਇਹਦਾ ਕਿਤੇ ਵੀ ਜ਼ਿਕਰ ਨਹੀਂ ਆਉਂਦਾ।
ਸਾਨੂੰ ਇਹਨਾਂ ਸਰਕਾਰਾਂ ਤੇ ਬਿਲਕੁਲ ਵੀ ਤਬਾਰ ਨਹੀਂ ਹੈਗਾ। ਇਹਨਾਂ ਨੇ ਕਦੇ ਵੀ ਆਪਣੇ ਚੋਣ ਮੈਨੀਫੈਸਟੋ ਵਿੱਚ ਕੀਤੇ ਵਾਅਦੇ ਪੂਰੇ ਨਹੀਂ ਕੀਤੇ। ਅਸੀਂ ਇਹਨਾਂ ਦਾ ਜ਼ਬਾਨੀ ਕਲਾਮੀ ਵਾਅਦਾ ਕਿੱਦਾਂ ਮੰਨ ਲਈਏ ਵੀ ਇਹ MSP ਕੰਟੀਨਿਊ ਰਹੂਗੀ। ਔਰ ਦੂਸਰਾ ਜਿਹੜਾ ਸਭ ਤੋਂ ਵੱਡਾ ਕਾਰਨ ਹੈਗਾ, ਜਿਹੜਾ ਸੰਵਿਧਾਨ ਤੇ ਅਤਿਆਚਾਰ ਕਰਕੇ ਜਿਹੜਾ ਇਹ ਬਿੱਲ ਪੇਸ਼ ਕੀਤੇ ਗਏ ਆ, ਉਹ ਇਹ ਹੈਗਾ ਵੀ ਜਿਹੜਾ ਤੁਹਾਡੇ ਕੋਲੋਂ ਇਨਸਾਫ ਲੈਣ ਦੀ ਜਿਹੜੀ ਤੁਹਾਡਾ ਹੱਕ ਆ, ਤੁਹਾਡੇ ਕੋਲੋਂ ਨਿਆਂਪਾਲਿਕਾ ਦੇ ਥਰੂ ਜਿਹੜਾ ਤੁਸੀਂ ਇਨਸਾਫ ਮੰਗਦੇ ਸੀ, ਕਿਸਾਨ ਤੋਂ ਹੱਕ ਵੀ ਖੋਹ ਲਿਆ ਗਿਆ। ਕਿਉਂਕਿ ਤੁਸੀਂ ਇਹਨਾਂ ਬਿੱਲਾਂ ਨੂੰ ਚੈਲੰਜ ਕਰਨ ਦੇ ਲਈ ਕਿਸਾਨ ਕਦੇ ਵੀ ਅਦਾਲਤ ਦਾ ਦਰਵਾਜ਼ਾ ਨਹੀਂ ਖੜਕਾ ਸਕਦਾ। ਤੁਹਾਨੂੰ SDM ਨੂੰ ਅਪਰੋਚ ਕਰਨਾ ਪਊਗਾ। ਔਰ SDM ਜਦੋਂ ਸਰਕਾਰਾਂ ਇਹਨਾਂ ਸਰਮਾਏਦਾਰ ਘਰਾਣਿਆਂ ਦੀਆਂ, ਤਾਂ ਨੈਚੁਰਲੀ ਗੱਲ ਆ ਬਿਊਰੋਕ੍ਰੇਸੀ ਜਿਹੜੀ ਹੈਗੀ ਆ ਉਹ ਵੀ ਸਰਕਾਰਾਂ ਦੀ ਸ਼ਹਿ ਤੇ ਕੰਮ ਕਰਦੀ ਆ, ਔਰ ਉਹ ਸਰਕਾਰਾਂ ਤੋਂ ਪ੍ਰਭਾਵਿਤ ਇਹਨਾਂ ਤੋਂ ਬਾਹਰ ਹੋ ਕੇ ਕੋਈ ਫੈਸਲਾ ਨਹੀਂ ਲੈ ਸਕਦੀ। ਤੀਸਰਾ ਜਿਹੜਾ ਨਾਦਰਸ਼ਾਹੀ ਫਰਮਾਨ ਸ਼ਬਦ ਮੈਂ ਵਰਤਿਆ, ਉਹ ਇਸ ਲਈ ਵਰਤਿਆ ਕਿ ਜਿਹੜਾ ਖੇਤੀਬਾੜੀ ਸੰਬੰਧਿਤ ਵਿਸ਼ਾ ਹੈਗਾ, ਜਿਹੜੇ ਪੋਲੀਟੀਕਲ ਸਾਇੰਸ ਦੇ ਜਾਂ ਰਾਜਨੀਤਿਕ ਗਤੀਵਿਧੀਆਂ ਦੀ ਸਮਝ ਰੱਖਣ ਵਾਲੇ ਲੋਕ ਮੈਨੂੰ ਸੁਣ ਰਹੇ ਆ, ਉਹਨਾਂ ਨੂੰ ਪਤਾ ਹੋਵੇਗਾ ਕਿ ਜਦੋਂ ਕੋਈ ਵੀ ਕਾਨੂੰਨ ਬਣਦਾ ਤਾਂ 3 ਲਿਸਟਾਂ ਹੁੰਦੀਆਂ, 3 ਤਰ੍ਹਾਂ ਦੀਆਂ ਸੂਚੀਆਂ ਹੁੰਦੀਆਂ। ਇੱਕ ਸੈਂਟਰ ਗਵਰਨਮੈਂਟ ਦੇ ਵਿਸ਼ੇ ਹੁੰਦੇ ਆ, ਇੱਕ ਰਾਜ ਸਰਕਾਰ ਦੇ ਵਿਸ਼ੇ ਹੁੰਦੇ ਆ, ਤੇ ਇੱਕ ਸਾਂਝੇ ਵਿਸ਼ੇ ਹੁੰਦੇ ਆ ਜਿਹਦੇ ਤੇ ਇਹ ਕਾਨੂੰਨ ਬਣਾ ਸਕਦੇ ਆ। ਜਿਹੜਾ ਖੇਤੀਬਾੜੀ ਵਿਸ਼ਾ ਹੈਗਾ, ਇਹ ਭਾਰਤੀ ਸੰਵਿਧਾਨ ਦੇ ਚੈਪਟਰ 7 ਅਧੀਨ ਐਂਟਰੀ ਨੰਬਰ 14 ਦੇ ਅਧੀਨ ਰਾਜ ਸਰਕਾਰ ਦਾ ਵਿਸ਼ਾ ਹੈਗਾ। ਇੱਥੇ ਰਾਜ ਸਰਕਾਰ ਨੂੰ ਵੀ ਅੱਖੋਂ ਪਰੋਕੇ ਕੀਤਾ ਗਿਆ। ਇਸੇ ਕਰਕੇ ਕਹਿ ਰਹੇ ਹਾਂ ਕਿ ਇਹ ਵਿਸ਼ਾ ਰਾਜ ਸਰਕਾਰ ਦਾ ਸੀ। ਸੈਂਟਰ ਗਵਰਨਮੈਂਟ ਨੇ ਇਹਦੇ ਤੇ ਬਿੱਲ ਲਿਆ ਕੇ ਸਿਰਫ ਤੇ ਸਿਰਫ ਸਰਮਾਏਦਾਰ ਘਰਾਣਿਆਂ ਨੂੰ ਸੈਟੀਸਫਾਈਡ ਕੀਤਾ। ਔਰ ਇਹ ਬਿਲਕੁਲ ਨਾਦਰਸ਼ਾਹੀ ਤਰੀਕੇ ਦੇ ਨਾਲ ਜਿਹੜੇ ਬਿੱਲ ਲਾਗੂ ਕੀਤੇ ਆ, ਇਹ ਨਾਦਰਸ਼ਾਹੀ ਫਰਮਾਨ ਆ, ਇਹ ਕਿਸਾਨ ਮਾਰੂ ਬਿੱਲ ਹੈਗੇ ਆ। ਜੀ ਤੁਸੀਂ ਬਸ ਇੱਕ ਮੈਸੇਜ ਤੁਹਾਡੇ ਤੋਂ ਜ਼ਰੂਰ ਲਵਾਂਗਾ ਦੋਸਤੋ, ਜੇਕਰ ਤੁਸੀਂ ਹੋਰ ਸਾਡੇ, ਕਿਉਂਕਿ ਅਸੀਂ ਕਿਸਾਨੀ ਦੇ ਅੱਜ ਜਿਹੜਾ ਮੁੱਦਾ ਹੈਗਾ ਖਾਸ ਕਰਕੇ ਪੰਜਾਬ ਦੇ ਵਿੱਚ ਭਖਿਆ ਹੋਇਆ ਹੈਗਾ, ਉਹਦੇ ਉੱਤੇ ਹੋਰ ਚਰਚਾ ਕਰਦੇ ਰਵਾਂਗੇ। ਲੇਕਿਨ ਉਹਦੇ ਲਈ ਤੁਸੀਂ ਸਾਡਾ ਜਿਹੜਾ ਹੈਗਾ ਫੇਸਬੁੱਕ ਪੇਜ ਤੁਸੀਂ ਲਾਈਕ ਕਰ ਸਕਦੇ ਹੋ, ਸ਼ੇਅਰ ਕਰ ਸਕਦੇ ਹੋ। ਸਾਡੇ ਹੋਰ ਵੀ ਜਿੰਨੇ ਵੀ ਸਾਡੇ ਦਰਸ਼ਕ ਹੈਗੇ ਨੇ, ਹੋਰ ਤੁਹਾਡੇ ਦੋਸਤ ਮਿੱਤਰ ਜਿਨ੍ਹਾਂ ਤੱਕ ਤੁਸੀਂ ਇਹ ਸਾਡੀਆਂ ਗੱਲਾਂ ਪਹੁੰਚਾਉਣਾ ਚਾਹੁੰਦੇ ਹੋ, ਉਹਨਾਂ ਤੱਕ ਪਹੁੰਚਾ ਸਕਦੇ ਹੋ, ਉਹਨਾਂ ਨੂੰ ਸ਼ੇਅਰ ਕਰ ਸਕਦੇ ਹੋ। ਇਹਦੇ ਨਾਲ ਹੀ ਸਾਡਾ YouTube ਚੈਨਲ ਹਨੀ ਵਾਲੀਆ ਸ਼ੋਜ਼, ਜਿੱਦਾਂ ਕਿ ਹੁਣ ਐਡਮਿੰਟਨ ਸਾਡੇ ਸਟੂਡੀਓ ਤੋਂ ਅਸੀਂ ਗੱਲਬਾਤ ਕਰ ਰਹੇ ਹਾਂ। ਸਾਡੇ ਇੰਡੀਆ ਸਟੂਡੀਓ ਦੇ ਵਿੱਚ ਸਾਡੇ ਨਾਲ ਸਾਡੇ ਦੀਦਾਰ ਸਿੰਘ ਸੰਧੂ ਜੀ ਜਿਹੜੀ ਇੱਕ ਕਿਸਾਨੀ ਖਿੱਤੇ ਤੋਂ ਜਿਹੜਾ ਹੈਗਾ ਬਿਲੋਂਗ ਕਰਦੇ ਨੇ, ਇੱਕ ਐਡਵੋਕੇਟ ਵੀ ਨੇ। ਮੋਹਾਲੀ ਦੇ ਵਿੱਚ ਸਾਡਾ ਸਟੂਡੀਓ ਹੈਗਾ, ਉੱਥੋਂ ਅਸੀਂ ਗੱਲਬਾਤ ਕਰ ਰਹੇ ਹਾਂ। ਤਾਂ ਪ੍ਰੋਗਰਾਮ ਦੇ ਲਾਸਟ ਦੇ ਵਿੱਚ ਮੈਂ ਦੀਦਾਰ ਜੀ ਨੂੰ ਪੁੱਛਣਾ ਚਾਹਨਾ, ਦੀਦਾਰ ਭਾਜੀ ਕੋਈ ਮੈਸੇਜ ਦੇ ਤੌਰ ਤੇ ਤੁਸੀਂ ਸਾਡੇ ਦਰਸ਼ਕਾਂ ਨੂੰ ਕੁਝ ਕਹਿਣਾ ਚਾਹੁੰਦੇ ਹੋ ਵੀ ਜੋ ਤੁਸੀਂ ਕਰ ਰਹੇ ਹੋ, ਜੋ ਜਿੱਦਾਂ ਦਾ ਵੀ ਹੈਗਾ, ਤੁਸੀਂ ਸਾਡੇ ਦਰਸ਼ਕਾਂ ਨੂੰ 2 ਲਾਈਨਾਂ ਕੀ ਕਹਿਣਾ ਚਾਹੁੰਦੇ ਹੋ? ਹਨੀ ਵਾਲੀਆ ਜੀ, ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡਾ ਮੁੜ ਤੋਂ ਧੰਨਵਾਦ ਕਰਦਾ ਜਿਨ੍ਹਾਂ ਨੇ ਇੰਨਾ ਮਾਣ ਸਨਮਾਨ ਬਖਸ਼ਿਆ ਆਪਣੇ ਸਟੂਡੀਓ 'ਚ ਬੁਲਾ ਕੇ ਮੈਨੂੰ। ਜਿਹੜੇ ਮੇਰੇ ਦਿਲ ਦੇ ਵਲਵਲੇ ਸੀਗੇ, ਜਿਹੜੇ ਮੇਰੇ ਦਿਲ ਦੀ ਪੀੜ ਸੀ, ਉਹ ਤੁਹਾਡੀ ਆਡੀਅנס ਦੇ ਨਾਲ ਸਾਂਝੀ ਕਰਨ ਦਾ ਮੌਕਾ ਦਿੱਤਾ। ਮੇਰਾ ਇੱਕ ਸੁਨੇਹਾ ਇਹਨਾਂ ਹੁਕਮਰਾਨਾਂ ਨੂੰ, ਇਹਨਾਂ ਨਾਦਰਸ਼ਾਹੀ ਫਰਮਾਨ ਜਾਰੀ ਕਰਨ ਵਾਲੇ ਮੇਰੇ ਮੁਲਕ ਦੇ ਹਾਕਮਾਂ ਨੂੰ, ਅਗਰ ਤੁਸੀਂ ਵਾਕਿਆ ਹੀ ਮੇਰੇ ਮੁਲਕ ਦੇ ਹਿਤੈਸ਼ੀ ਹੋ, ਤੁਸੀਂ ਵਾਕਿਆ ਹੀ ਕਿਸਾਨ ਹਿਤੈਸ਼ੀ ਹੋ, ਤਾਂ ਇਸ ਬਿੱਲ ਨੂੰ ਜਿਹੜਾ ਹੈਗਾ ਇਮੀਡੀਏਟਲੀ ਰੱਦ ਕਰੋ, ਜਾਂ ਫਿਰ ਕੋਈ ਕਿਸਾਨ ਕਮੇਟੀਆਂ ਬਣਾ ਕੇ ਇਹਨੂੰ ਕਿਸਾਨ ਹਿਤੈਸ਼ੀ ਰੂਪ ਦਿਓ। ਅਗਰ ਕਿਸਾਨ ਬਚੂਗਾ ਤਾਂ ਮਜ਼ਦੂਰ ਬਚੂਗਾ, ਅਗਰ ਮਜ਼ਦੂਰ ਬਚੂਗਾ ਤਾਂ ਮੇਰਾ ਮੁਲਕ ਬਚੂਗਾ। ਸੋ ਧੰਨਵਾਦ, ਬਹੁਤ ਬਹੁਤ ਧੰਨਵਾਦ ਦੀਦਾਰ ਭਾਜੀ, ਤੁਹਾਡਾ ਬਹੁਤ ਬਹੁਤ ਧੰਨਵਾਦ। ਤੁਸੀਂ ਸਾਡੇ ਦਰਸ਼ਕਾਂ ਦੇ ਲਈ ਜਾਂ ਆਪਣਾ ਜਿਹੜਾ ਸਾਡੇ ਲਈ ਕੀਮਤੀ ਸਮਾਂ ਕੱਢਿਆ ਤਾਂ ਕਿ ਇਹ ਜਿਹੜਾ ਖੇਤੀਬਾੜੀ ਨੂੰ ਲੈ ਕੇ ਜਿਹੜੇ 3 ਬਿੱਲ ਪਾਸ ਹੋਏ ਨੇ ਉਹ ਥੋੜਾ ਜਿਹਾ ਕਲੀਅਰ ਕਰਨ ਦੀ ਕੋਸ਼ਿਸ਼ ਕੀਤੀ। ਕਈ ਦਫਾ ਕੀ ਹੈ ਨਾ, ਕਈ ਦਫਾ ਇੱਕੋ ਦੂਜੇ ਦੇ ਲੱਗੋ ਲੱਗ ਕਰਕੇ ਨਾ ਪਿੱਛੇ ਦੇ ਪਤਾ ਹੁੰਦਾ ਨਹੀਂ ਹੈਗਾ, ਉਹ ਭੱਜ ਦੌੜ ਹੁੰਦੀ ਹੈ। ਅੱਜ ਅਸੀਂ ਹੋਰ ਥੋੜੀ ਜਿਹੀ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਹੈ। ਅਸੀਂ ਇਸ ਪ੍ਰੋਗਰਾਮ ਦੇ ਰਾਹੀਂ ਹੋਰ ਵੀ ਇਸ ਜਿਹੜੇ ਹੈਗੇ ਬਿੱਲਾਂ ਦੇ ਉੱਤੇ ਗੱਲਬਾਤ ਕਰਦੇ ਰਵਾਂਗੇ। ਬਾਕੀ ਦੋਸਤੋ, ਹਰ ਇੱਕ ਤਰ੍ਹਾਂ ਜੇਕਰ ਕੋਈ ਜ਼ਿੰਦਗੀ ਦੇ ਵਿੱਚ ਜਾਂ ਜੇਕਰ ਕੋਈ ਵੀ ਜੇਕਰ ਸਾਡੇ ਨੇੜੇ ਤੇੜੇ ਕੋਈ ਚੀਜ਼ ਗਲਤ ਹੋ ਰਹੀ ਹੁੰਦੀ ਹੈ, ਸਾਨੂੰ ਉਹਦੇ ਖਿਲਾਫ ਆਵਾਜ਼ ਉਠਾਣੀ ਚਾਹੀਦੀ ਹੈ। ਜੇ ਕੋਈ ਗਲਤ ਕਰ ਰਿਹਾ ਹੁੰਦਾ ਤਾਂ ਉਹਦੇ ਲਈ ਵੀ ਸਾਨੂੰ ਆਵਾਜ਼ ਜਿਹੜੀ ਹੈਗੀ ਹੈ ਉਹਦੇ ਵੀ ਖਿਲਾਫ ਆਵਾਜ਼ ਉਠਾਣੀ ਚਾਹੀਦੀ ਹੈ। ਸਾਡੇ ਇਸ ਪ੍ਰੋਗਰਾਮਾਂ ਦਾ ਇਹੀ ਮਕਸਦ ਹੈਗਾ। ਅਸੀਂ ਕਿਸੇ ਨੂੰ ਵੀ ਗਲਤ ਜਾਂ ਕਿਸੇ ਨੂੰ ਵੀ ਜਿਹੜਾ ਹੈਗਾ ਸਮਰਥਨ ਨਹੀਂ ਦਿੰਦੇ, ਕਿਸੇ ਦੇ ਬਾਰੇ ਵੀ ਗਲਤ ਨਹੀਂ ਬੋਲਦੇ। ਸਾਡਾ ਇਹੀ ਮਕਸਦ ਹੈਗਾ ਤੇ ਲੋਕਾਂ ਦੀ ਆਵਾਜ਼, ਸਾਡੇ ਐਕਸਪਰਟ ਜਿਹੜੇ ਤੁਹਾਨੂੰ ਕਿਸੇ ਨਾ ਕਿਸੇ ਤਰ੍ਹਾਂ ਦੇ ਨਾਲ ਗਾਈਡੈਂਸ ਦੇ ਸਕਣ, ਗਾਈਡ ਕਰ ਸਕਣ, ਸਾਡੇ ਜਿਹੜੇ ਦਰਸ਼ਕ ਨੇ ਉਹਨਾਂ ਦੀ ਆਵਾਜ਼ ਸਾਡੇ ਹੋਰ ਦਰਸ਼ਕਾਂ ਤੱਕ ਅਸੀਂ ਪਹੁੰਚਾ ਸਕੀਏ। ਤੁਸੀਂ ਵੀ ਸਾਡੇ ਇਹਨਾਂ ਪ੍ਰੋਗਰਾਮਾਂ ਦੇ ਨਾਲ ਜੁੜਨਾ ਚਾਹੁੰਦੇ ਹੋ, ਇਸ ਲਈ ਵੱਧ ਤੋਂ ਵੱਧ ਹਨੀ ਵਾਲੀਆ ਸ਼ੋਅ ਸਾਡਾ ਫੇਸਬੁੱਕ ਪੇਜ, ਇੰਸਟਾਗ੍ਰਾਮ ਤੇ YouTube ਦੇ ਉੱਤੇ ਸਾਡੇ ਪੇਜ ਹੈਗੇ ਨੇ, ਸਾਨੂੰ ਲਾਈਕ ਕਰ ਸਕਦੇ ਹੋ, ਸਾਨੂੰ YouTube ਚੈਨਲ ਸਾਡਾ ਸਬਸਕ੍ਰਾਈਬ ਕਰ ਸਕਦੇ ਹੋ। ਸਾਡੇ ਹੋਰ ਵੀ ਜਿਹੜੇ ਪ੍ਰੋਗਰਾਮ ਤੁਸੀਂ ਦੇਖਣ ਦੇ ਲਈ। ਤਾਂ ਅੱਜ ਦੇ ਪ੍ਰੋਗਰਾਮ ਇੱਥੇ ਖਤਮ ਕਰਦੇ ਹਾਂ। ਹੁਣ ਆਪਣੇ ਹਨੀ ਵਾਲਿਆਂ ਤੋਂ ਇਜਾਜ਼ਤ, ਸਤਿ ਸ਼੍ਰੀ ਅਕਾਲ ਜੀ।